Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana District Fazilka, and I welcome you all in this lecture of economics. ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਆਮਦਨ ਅਤੇ ਉਤਪਾਦਨ ਦਾ ਚੱਕਰੀ ਪ੍ਰਵਾਹ। ਜਿਵੇਂ ਕਿ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਸੀ ਕਿ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਕੀ ਹੁੰਦਾ ਹੈ। ਉਹਦੇ 'ਚ ਆਪਾਂ ਇਹ ਗੱਲ ਕੀਤੀ ਸੀ ਵੀ ਕਿਉਂਕਿ ਇਹਦਾ ਨਾਮ ਜਿਹੜਾ ਹੈ ਉਹ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ, ਇਸ ਕਰਕੇ ਆਪਾਂ ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਨੇ ਉਹ ਆਪਾਂ ਪ੍ਰਵਾਹ ਚਰਾਂ ਨੂੰ ਹੀ ਜਿਹੜਾ ਹੈ ਉਹ ਆਪਾਂ ਸ਼ਾਮਿਲ ਕਰਾਂਗੇ। ਇਹ ਜਿਹੇ ਚਰ ਜਿਨ੍ਹਾਂ ਨੂੰ ਆਪਾਂ ਸਮੇਂ ਦੀ ਇੱਕ ਅਵਧੀ ਦੇ ਵਿੱਚ ਮਾਪਦੇ ਹਾਂ, ਇਹ ਜਿਹੇ ਚਰ ਨਹੀਂ ਜਿਨ੍ਹਾਂ ਨੂੰ ਆਪਾਂ ਸਮੇਂ ਦੇ ਇੱਕ ਬਿੰਦੂ ਤੇ ਜਿਹੜਾ ਹੈ ਉਹ ਮਾਪਦੇ ਹਾਂ। ਤਾਂ ਆਪਾਂ ਸਿਰਫ ਤੇ ਸਿਰਫ ਜੋ ਲੈਣੇ ਨੇ ਉਹ ਪ੍ਰਵਾਹ ਚਰ ਲੈਣੇ ਨੇ, ਕਿਸੇ ਵੀ ਤਰ੍ਹਾਂ ਦਾ ਸਟਾਕ ਚਰ ਜਿਹੜਾ ਉਹ ਆਪਾਂ ਨਹੀਂ ਲੈਣਾ। ਹੁਣ ਕੁਐਸਚਨ ਉੱਠਦਾ ਹੈ ਕਿ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਉਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਜਾਂ ਜਿਹੜੇ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਬਣਾਇਆ ਜਾਏਗਾ ਉਹਦੇ ਵਿੱਚ ਕਿੰਨੀ ਤਰ੍ਹਾਂ ਦੇ ਲੈਣ ਦੇਣ ਜਿਹੜੇ ਨੇ ਉਹ ਹੋਣਗੇ। ਉਸ ਆਧਾਰ ਤੇ ਹੀ ਆਪਾਂ ਜਾਂਦੀਆਂ ਕਿਸਮਾਂ ਦੀ ਜਿਹੜੀ ਹੈ ਉਹ ਗੱਲ ਕਰਾਂਗੇ। ਤਾਂ ਆਪਣਾ ਜਿਹੜਾ ਟੌਪਿਕ ਸ਼ੁਰੂ ਹੁੰਦਾ ਹੈ ਉਹ ਹੈ ਆਪਣੇ ਕੋਲ ਕਿ ਆਮਦਨ ਅਤੇ ਉਤਪਾਦਨ ਦਾ ਚੱਕਰੀ ਪ੍ਰਵਾਹ। ਠੀਕ ਹੈ, ਤਾਂ ਆਪਾਂ ਇਹਦੀਆਂ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਆਪਾਂ ਇਹਦੀਆਂ ਕਿਸਮਾਂ ਜਿਹੜੀਆਂ ਨੇ ਉਹ ਦੇਖਣ ਵਾਲੇ ਆ ਕਿ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੀਆਂ ਕਿੰਨੀਆਂ ਕਿਸਮਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਤਾਂ ਆਮਦਨ ਤੇ ਉਤਪਾਦਨ ਦਾ ਜਿਹੜਾ ਚੱਕਰੀ ਪ੍ਰਵਾਹ ਹੈ ਉਹਦੀਆਂ ਮੇਨ ਦੋ ਕਿਸਮਾਂ ਜਿਹੜੀਆਂ ਉਹ ਹੁੰਦੀਆਂ ਨੇ, ਜਿੰਦੇ ਚੋਂ ਜਿਹੜੀ ਪਹਿਲੀ ਕਿਸਮ ਹੈ ਉਹਨੂੰ ਆਪਾਂ ਕਹਿੰਦੇ ਹਾਂ ਵਾਸਤਵਿਕ ਪ੍ਰਵਾਹ। ਠੀਕ ਹੈ, ਦੇਖਿਓ ਜਿਹੜੀ ਵੀ ਦੋ ਕਿਸਮਾਂ ਨੇ ਹੋਣਗੇ ਉਹ ਪ੍ਰਵਾਹੀ। ਠੀਕ ਹੈ, ਇੱਕ ਹੋਏਗਾ ਵਾਸਤਵਿਕ ਪ੍ਰਵਾਹ, ਇੱਕ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਮੌਦਰਿਕ ਪ੍ਰਵਾਹ। ਤਾਂ ਵਾਸਤਵਿਕ ਪ੍ਰਵਾਹ ਕੀ ਹੈ ਤੇ ਮੌਦਰਿਕ ਪ੍ਰਵਾਹ ਕੀ ਹੈ, ਇਹਨੂੰ ਸਮਝਣ ਵਾਸਤੇ ਆਪਾਂ ਨੂੰ ਕੋਈ ਰੱਟਾ ਮਾਰਨ ਦੀ ਲੋੜ ਨਹੀਂ ਹੈ, ਕੋਈ ਗ੍ਰੈਮਿੰਗ ਕਰਨ ਦੀ ਲੋੜ ਨਹੀਂ ਹੈ, ਆਪਣੇ ਆਪ ਸਾਰਾ ਕੁਝ ਦੱਸਣਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਾਸਤਵਿਕ ਪ੍ਰਵਾਹ ਦੀ ਕਿ ਵਾਸਤਵਿਕ ਪ੍ਰਵਾਹ ਜਿਹੜਾ ਹੈ ਉਹ ਕੀ ਹੁੰਦਾ ਹੈ। ਦੇਖੋ, ਵਾਸਤਵਿਕ ਪ੍ਰਵਾਹ ਦੀ ਜਿਹੜੀ ਐਗਜ਼ਾਮਪਲ ਹੈ ਉਹ ਆਪਾਂ ਆਪਣੀਆਂ ਛੋਟੀਆਂ ਕਲਾਸਾਂ ਤੋਂ ਲੈ ਸਕਦੇ ਹਾਂ। ਛੋਟੀਆਂ ਕਲਾਸਾਂ 'ਚ ਆਪਾਂ ਨੂੰ ਇੱਕ ਟੌਪਿਕ ਪੜ੍ਹਾਇਆ ਜਾਂਦਾ ਹੈ ਜਿਹਦੇ 'ਚ ਹੁੰਦਾ ਹੈ ਵਸਤੂ ਵਟਾਂਦਰਾ ਪ੍ਰਣਾਲੀ। ਵਸਤੂ ਵਟਾਂਦਰਾ ਪ੍ਰਣਾਲੀ ਨਾਮ ਤੋਂ ਕਲੀਅਰ ਕਰੋ ਵੀ ਕੀ ਹੋਏਗਾ। ਜਦੋਂ ਵਸਤੂ ਵਟਾਂਦਰਾ ਮਤਲਬ ਵਟਾਂਦਰਾ ਕੀ ਹੁੰਦਾ ਹੈ, ਲੈਣ ਦੇਣ। ਲੈਣ ਦੇਣ ਹੋਏਗਾ ਕਿੰਦੇ ਵਿੱਚ ਹੋਏਗਾ, ਵਸਤੂਆਂ ਦੇ ਰੂਪ ਦੇ ਵਿੱਚ ਹੋਏਗਾ। ਯਾਨੀ ਇਹ ਸਿਸਟਮ ਕਦੋਂ ਚੱਲਦਾ ਸੀ, ਜਦੋਂ ਪੈਸਾ ਨਹੀਂ ਹੁੰਦਾ ਸੀ। ਤਾਂ ਉਦੋਂ ਕੀ ਹੋਏਗਾ, ਸੋਚ ਕੇ ਦੇਖੋ ਵੀ ਇੱਕ ਇਨਸਾਨ ਜਿਹੜਾ ਹੈ ਉਹ ਇਸ ਲਾਇਕ ਤਾਂ ਨਹੀਂ ਹੈ ਨਾ ਕਿ ਆਪਣੀਆਂ ਸਾਰੀਆਂ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਆਪ ਪੂਰਾ ਕਰ ਲਵੇ। ਉਹਨੂੰ ਕੀ ਹੈ, ਉਹਨੂੰ ਦੂਜੇ ਵਿਅਕਤੀਆਂ ਦੀ ਜਿਹੜੀ ਹੈ ਉਹ ਲੋੜ ਹੈ। ਇਸੇ ਤਰ੍ਹਾਂ ਜਿਹੜੇ ਦੂਸਰੇ ਵਿਅਕਤੀ ਨੇ ਉਹ ਵੀ ਆਪਣੀਆਂ ਜ਼ਰੂਰਤਾਂ ਆਪ ਪੂਰੀਆਂ ਨਹੀਂ ਕਰ ਸਕਦੇ, ਉਹਨਾਂ ਨੂੰ ਉਸ ਵਿਅਕਤੀ ਦੀ ਲੋੜ ਹੈ। ਤਾਂ ਇਹ ਜਿਹੜੀ ਆਪਸੀ ਲੋੜ ਹੈ, ਆਪਸੀ ਨਿਰਭਰਤਾ ਹੈ, ਇਹ ਕੀ ਕਰਦੀ ਹੈ, ਇਹ ਲੈਣ ਦੇਣ ਨੂੰ ਜਨਮ ਦਿੰਦੀ ਹੈ। ਮਤਲਬ ਆਪਾਂ ਕੋਈ ਚੀਜ਼ਾਂ ਲਵਾਂਗੇ, ਆਪਾਂ ਕੋਈ ਚੀਜ਼ਾਂ ਦੇਵਾਂਗੇ, ਪਰ ਸਮੱਸਿਆ ਇਹ ਹੈ ਵੀ ਅਗਰ ਆਪਾਂ ਅੱਜ ਦੀ ਗੱਲ ਕਰੀਏ, ਅਗਰ ਮੈਂ ਕੋਈ ਚੀਜ਼ ਲੈਣੀ ਹੈ ਤਾਂ ਮੈਂ ਕੀ ਕਰਾਂਗਾ, ਬਾਜ਼ਾਰ ਜਾਵਾਂਗਾ, ਪੈਸੇ ਦੇਵਾਂਗਾ, ਉਹ ਚੀਜ਼ ਕੀ ਕਰਾਂਗਾ, ਲੈ ਲਾਂਗਾ। ਜੇਕਰ ਮੈਂ ਕੋਈ ਚੀਜ਼ ਜਿਹੜੀ ਹੈ ਉਹ ਕਿਸੇ ਨੂੰ ਦੇ ਰਿਹਾ ਤਾਂ ਕੀ ਹੋਏਗਾ, ਚੀਜ਼ ਦੇਵਾਂਗਾ, ਉਹਦੇ ਬਦਲੇ ਮੈਂ ਪੈਸੇ ਲੈ ਲਵਾਂਗਾ। ਯਾਨੀ ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨੇ ਵੀ ਇਹ ਲੈਣ ਦੇਣ ਨੇ ਉਹ ਪੈਸੇ ਦੇ ਰੂਪ 'ਚ ਹੁੰਦੇ ਨੇ। ਪਰ ਸੋਚੋ ਜਦੋਂ ਪੈਸਾ ਨਹੀਂ ਹੁੰਦਾ ਸੀ ਉਦੋਂ ਇਹ ਲੈਣ ਦੇਣ ਕਿਵੇਂ ਹੁੰਦੇ ਹੋਣਗੇ। ਉਦੋਂ ਇਹ ਲੈਣ ਦੇਣ ਜਿਹੜੇ ਨੇ ਉਹ ਵਸਤੂਆਂ ਦੇ ਰੂਪ ਦੇ ਵਿੱਚ ਹੁੰਦੇ ਸੀ ਵੀ ਇੱਕ ਵਿਅਕਤੀ ਕੋਲ ਜੋ ਵਸਤੂ ਹੁੰਦੀ ਸੀ ਉਹ ਕੀ ਕਰਦਾ ਸੀ, ਉਹ ਵਸਤੂ ਦੂਜੇ ਵਿਅਕਤੀ ਨੂੰ ਦੇ ਦਿੰਦਾ ਸੀ, ਦੂਜੇ ਵਿਅਕਤੀ ਕੋਲ ਜਿਹੜੀ ਵਸਤੂ ਹੁੰਦੀ ਸੀ ਉਹ ਆਪ ਲੈ ਲੈਂਦਾ ਸੀ। ਤਾਂ ਵਸਤੂਆਂ ਦੇ ਰੂਪ 'ਚ ਵਸਤੂਆਂ ਦਾ ਲੈਣ ਦੇਣ ਜਿਹੜਾ ਉਹ ਹੋ ਜਾਂਦਾ ਸੀ। ਕਹਿਣ ਦਾ ਮਤਲਬ ਕੀ ਹੈ ਕਿ ਅਗਰ ਮੰਨ ਲਓ ਕਿ ਇੱਕ ਵਿਅਕਤੀ ਕੋਲ ਚਾਵਲ ਹੈਗੇ ਨੇ, ਉਹ ਕਹਿੰਦਾ ਮੈਨੂੰ ਕਣਕ ਦੀ ਲੋੜ ਹੈ। ਹੁਣ ਚਾਵਲ ਹੈਗੇ ਹੈ, ਕਣਕ ਦੀ ਲੋੜ ਹੈ, ਤਾਂ ਉਹ ਕੀ ਕਰੇਗਾ, ਉਹ ਇਹ ਜਿਹਾ ਵਿਅਕਤੀ ਲੱਭੇਗਾ ਜਿਹਨੂੰ ਕੋਲ ਕੀ ਹੋਣ, ਕਣਕ ਮੌਜੂਦ ਹੋਵੇ, ਕਿਉਂਕਿ ਉਹਨੂੰ ਕਣਕ ਦੀ ਲੋੜ ਹੈ। ਉਹ ਇਹ ਜਿਹਾ ਵਿਅਕਤੀ ਲੱਭੇਗਾ ਜਿੰਦੇ ਕੋਲ ਕਣਕ ਹੋਵੇ, ਉਹ ਕੀ ਕਰੇਗਾ, ਉਹਦੇ ਕੋਲ ਕਣਕ ਲੈ ਲੇਗਾ। ਪਰ ਨਾਲ ਦੇ ਨਾਲ ਕੀ ਹੋਏਗਾ, ਉਹਨੂੰ ਚਾਵਲ ਦੀ ਲੋੜ ਹੋਣੀ ਚਾਹੀਦੀ ਹੈ, ਕਿਉਂਕਿ ਉਹ ਕੀ ਕਰੇਗਾ, ਆਪਦੇ ਚਾਵਲ ਜਿਹੜੇ ਨੇ ਉਹ ਉਸ ਵਿਅਕਤੀ ਨੂੰ ਦੇ ਦੇਗਾ ਤੇ ਉਸ ਵਿਅਕਤੀ ਦੀ ਕਣਕ ਜਿਹੜੀ ਹੈ ਉਹ ਲੈ ਲੇਗਾ, ਤਾਂ ਲੈਣ ਦੇਣ ਆਪਸ ਪੂਰਾ ਹੋ ਜਾਏਗਾ। ਤਾਂ ਜਦੋਂ ਆਪਾਂ ਵਾਸਤਵਿਕ ਪ੍ਰਵਾਹ ਦੀ ਗੱਲ ਕਰਦੇ ਹਾਂ, ਵਾਸਤਵਿਕ ਪ੍ਰਵਾਹ ਦੇ ਵਿੱਚ ਜਿੰਨੇ ਵੀ ਲੈਣ ਦੇਣ ਹੁੰਦੇ ਨੇ ਉਹ ਸਾਰੇ ਦੇ ਸਾਰੇ ਲੈਣ ਦੇਣ ਜਿਹੜੇ ਨੇ ਉਹ ਵਸਤੂਆਂ ਤੇ
ਸੇਵਾਵਾਂ ਦੇ ਰੂਪ ਦੇ ਵਿੱਚ ਹੁੰਦੇ ਨੇ, ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਇਹਦੇ ਵਿੱਚ ਸ਼ਾਮਿਲ ਨਹੀਂ ਹੁੰਦਾ। ਠੀਕ ਹੋ ਗਿਆ। ਅਗਰ ਆਪਾਂ ਦੂਸਰੇ ਦੀ ਗੱਲ ਕਰੀਏ, ਮੌਦਰਿਕ ਪ੍ਰਵਾਹ, ਉਹਨਾਂ ਦੇ ਨਾਮ ਤੋਂ ਕਲੀਅਰ ਹੈ। ਮੌਦਰਿਕ ਕੀ ਹੁੰਦਾ ਹੈ? ਮੁਦਰਾ ਯਾਨੀ ਕਿ ਪੈਸਾ, ਯਾਨੀ ਇਹਦੇ ਵਿੱਚ ਜਿੰਨੇ ਵੀ ਪ੍ਰਵਾਹ ਚੱਲਣਗੇ, ਜਿੰਨੇ ਵੀ ਲੈਣ ਦੇਣ ਹੋਣਗੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਮੁਦਰਾ ਦੇ ਰੂਪ ਦੇ ਵਿੱਚ ਹੋਣਗੇ, ਯਾਨੀ ਕਿ ਪੈਸੇ ਦੇ ਰੂਪ ਦੇ ਵਿੱਚ ਹੋਣਗੇ। ਯਾਨੀ ਅਗਰ ਮੇਰੇ ਕੋਲ ਕੋਈ ਚੀਜ਼ ਹੈ, ਮੈਂ ਕਿਸੇ ਹੋਰ ਨੂੰ ਦੇ ਰਿਹਾ, ਮੈਂ ਕੀ ਕਰਾਂਗਾ? ਉਹਦੇ ਕੋਲ ਉਹਦੇ ਬਦਲੇ ਪੈਸੇ ਲੈ ਲਵਾਂਗਾ। ਅਗਰ ਕਿਸੇ ਹੋਰ ਕੋਲ ਕੋਈ ਚੀਜ਼ ਹੈ, ਉਹ ਮੈਨੂੰ ਦੇ ਰਿਹਾ ਤਾਂ ਮੇਰੇ ਕੋਲ ਪੈਸੇ ਲੈ ਲੇਗਾ। ਤਾਂ ਆਪਾਂ ਸਾਰੇ ਲੈਣ ਦੇਣ ਜਿਹੜੇ ਨੇ ਉਹ ਕੀ ਕਰਾਂਗੇ? ਪੈਸੇ ਦੇ ਰੂਪ ਦੇ ਵਿੱਚ ਕਰਾਂਗੇ। ਠੀਕ ਹੈ। ਪਰ ਇਹ ਯਾਦ ਰੱਖਣਾ ਹੈ ਵੀ ਜਿਹੜਾ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਹੈ, ਇਹ ਇੱਕ ਦੂਜੇ ਤੋਂ ਵੱਖਰੇ ਨਹੀਂ ਹੈਗੇ, ਇਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਕਿਵੇਂ ਜੁੜੇ ਹੋਏ ਨੇ? ਆਪਾਂ ਉਹਨੂੰ ਇੱਕ ਐਗਜ਼ਾਮਪਲ ਦੇ ਨਾਲ ਜਿਹੜਾ ਹੈ ਉਹ ਕਲੀਅਰ ਕਰਾਂਗੇ। ਜਿਸ ਤਰ੍ਹਾਂ ਹੁਣ ਆਪਾਂ ਇਹ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਦਿਖਾਣਾ ਹੈ। ਹੁਣ ਸੋਚੋ ਵੀ ਜਿਹੜਾ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਹੋਏਗਾ ਉਹ ਕਿੰਦੇ ਚ ਹੋਏਗਾ? ਉਹ ਹੋਏਗਾ ਅਰਥ ਵਿਵਸਥਾ ਦੇ ਜਿਹੜੇ ਵੱਖ-ਵੱਖ ਖੇਤਰ ਨੇ ਉਹਨਾਂ ਦੇ ਵਿੱਚ ਹੋਏਗਾ। ਠੀਕ ਹੈ। ਹੁਣ ਖੇਤਰ ਕਿਹੜੇ ਹੋ ਸਕਦੇ ਹੈ? परिवार खेतर है, उत्पादक खेतर है, सरकार खेतर है, होर संसार खेतर है। ये सारे जिहड़े ने की ने खेतर ने, इन्हां दे विच ही जिहड़ा है वो सारा लैन देन जिहड़ा है वो होएगा। तां आपां की करदे हां, कोई भी दो खेतर दी एग्जांपल आपां ले लैंदे हां। सपोज करो भी पहला जिहड़ा खेतर जिहदी आपां एग्जांपल लैन जा रहे हां वो है अपना परिवार खेतर। तां आपां एक एग्जांपल ले ली परिवार खेतर दी। ठीक है। दूसरा खेतर जिहड़ा आपां एग्जांपल लैन लगे हां वो है अपना उत्पादक खेतर। तां इत्थे आपां उत्पादक खेतर जिहड़ा है उनदी एग्जांपल ले ली। ठीक हो गया। तां हुण ये दो खेतर जिहड़े ने वो आपस दे विच लैन देन करनगे। किवें करनगे? आपां उन्हें एग्जांपल नाल क्लीयर करदे हां। तां हुण की होएगा? पहला आपां वास्तविक प्रवाह दिखावांगे, उस तो बाद आपां मौद्रिक प्रवाह दिखावांगे। सब तो पहला आपां आने आ परिवार खेतर कोल। जिवें आपां गल कर चुके हां पहला भी जिहड़ा परिवार खेतर है इहदे कोल की हुंदा है? परिवार खेतर कोल जिहड़े ने ਉਹ ਹੁੰਦੇ ਨੇ ਉਤਪਾਦਨ ਦੇ ਸਾਧਨ। ਉਤਪਾਦਨ ਦੇ ਸਾਧਨ ਕਿਹੜੇ ਹੋਣਗੇ? ਜਿਹੜੇ ਉਤਪਾਦਨ ਕਰਨ ਦੇ ਵਿੱਚ ਮਦਦ ਕਰਨਗੇ। ਹੁਣ ਉਤਪਾਦਨ ਕਿੰਨੇ ਕਰਨਾ ਹੈ? ਉਤਪਾਦਨ ਕਰਨਾ ਹੈ ਉਤਪਾਦਕ ਖੇਤਰ ਨੇ। ਹੁਣ ਪਰਿਵਾਰ ਖੇਤਰ ਕੋਲ ਕੀ ਹੈਗਾ? ਇਹਦੇ ਕੋਲ ਉਤਪਾਦਨ ਦੇ ਸਾਧਨ ਨੇ, ਪਰ ਉਹ ਸਾਧਨ ਕੀ ਨੇ? ਉਹ ਇਹ ਖੇਤਰ ਕੀ ਕਰੇਗਾ? ਉਤਪਾਦਕ ਖੇਤਰ ਨੂੰ ਦੇ ਦੇਗਾ ਤਾਂ ਕਿ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰ ਸਕੇ? ਉਤਪਾਦਨ ਕਰ ਸਕੇ। ਤਾਂ ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਖੇਤਰ ਹੈ ਉਹ ਕੀ ਕਰੇਗਾ? ਉਹ ਉਤਪਾਦਕ ਖੇਤਰ ਨੂੰ ਆਪਣੇ ਸਾਰੇ ਦੇ ਸਾਰੇ ਜਿਹੜੇ ਵੀ ਉਤਪਾਦਨ ਦੇ ਸਾਧਨ ਹੈਗੇ ਨੇ ਉਹ ਦੇ ਦੇਗਾ। ਹੁਣ ਉਤਪਾਦਨ ਦੇ ਸਾਧਨ ਚਾਰ ਹੋ ਗਏ। ਕਿਹੜੇ ਕਿਹੜਾ ਹੋ ਗਿਆ? ਪਹਿਲਾ ਆਪਾਂ ਕਿਹਾ ਸੀ ਭੂਮੀ ਹੁੰਦਾ ਹੈ, ਦੂਸਰਾ ਪੂੰਜੀ ਹੁੰਦਾ ਹੈ, ਤੀਸਰਾ ਮਜ਼ਦੂਰ ਹੁੰਦਾ ਹੈ ਤੇ ਚੌਥਾ ਜਿਹੜਾ ਹੈ ਉਹ ਹੁੰਦਾ ਹੈ ਉਦਮ। ठीक है। ਤਾਂ ਪਰਿਵਾਰ ਖੇਤਰ ਨੇ ਜਿੰਨੇ ਵੀ ਉਤਪਾਦਨ ਦੇ ਸਾਧਨ ਨੇ ਉਹ ਸਾਰੇ ਦੇ ਸਾਰੇ ਉਤਪਾਦਕ ਖੇਤਰ ਨੂੰ ਦੇਤੇ ਕਿ ਲੋ ਜੀ ਆ ਉਤਪਾਦਨ ਦੇ ਸਾਧਨ ਲੈ ਲਓ, ਤੁਸੀਂ ਉਤਪਾਦਕ ਖੇਤਰ ਵਾਲੇ ਹੋ ਤਾਂ ਕੀ ਕਰੋ? ਆਦਾ ਉਤਪਾਦਨ ਕਰਨਾ ਜਿਹੜਾ ਹੈ ਉਹ ਸ਼ੁਰੂ ਕਰ ਦਿਓ। ਹੁਣ ਉਤਪਾਦਕ ਖੇਤਰ ਕੀ ਕਰੇਗਾ? ਇਹ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਲੈ ਕੇ ਉਤਪਾਦਨ ਕਰੇਗਾ। ਹੁਣ ਉਤਪਾਦਨ ਕਰਕੇ ਹੁਣ ਉਤਪਾਦਨ ਕਿਸ ਚੀਜ਼ ਦਾ ਹੋਏਗਾ? ਉਤਪਾਦਨ ਹੋਏਗਾ ਦੋ ਚੀਜ਼ਾਂ ਦਾ। ਇੱਕ ਹੋਣਗੀਆਂ ਵਸਤੂਆਂ ਤੇ ਇੱਕ ਹੋਣਗੀਆਂ ਸੇਵਾਵਾਂ। ਉਹ ਹੁਣ ਕੀ ਕਰੇਗਾ? ਉਹ ਜਿੰਨੀਆਂ ਵੀ ਵਸਤੂਆਂ ਤੇ ਸੇਵਾਵਾਂ ਬਣਾਏਗਾ ਉਹ ਕੀ ਕਰੇਗਾ? ਉਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਕਿਹਨੂੰ ਦੇ ਦੇਗਾ? ਉਹ ਪਰਿਵਾਰ ਖੇਤਰ ਨੂੰ ਦੇ ਦੇਗਾ। ਯਾਨੀ ਜਿਹੜਾ ਕਿ ਆ ਤੀਰ ਆਏਗਾ ਉਹ ਕਿੱਧਰੋਂ ਆਏਗਾ? ਉਤਪਾਦਕ ਖੇਤਰ ਦੇ ਵੱਲੋਂ ਪਰਿਵਾਰ ਖੇਤਰ ਵੱਲ ਆਏਗਾ। ਪਹਿਲਾਂ ਕਿੱਧਰ ਗਿਆ ਸੀ? ਪਰਿਵਾਰ ਖੇਤਰ ਤੋਂ ਉਤਪਾਦਕ ਖੇਤਰ ਵੱਲ ਗਿਆ ਸੀ। ਹੁਣ ਦੇਖੋ ਕਿ ਜੋ ਮੇਨ ਗੱਲ ਹੈ ਉਹ ਕੀ ਹੈ? ਮੇਨ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਉਤਪਾਦਕ ਖੇਤਰ ਨੂੰ ਕੀ ਦਿੱਤਾ? ਉਤਪਾਦਨ ਦੇ ਸਾਧਨ ਦਿੱਤੇ। ਠੀਕ ਹੈ। ਹੁਣ ਅਗਰ ਉਹ ਚਾਹੁੰਦਾ ਤਾਂ ਉਤਪਾਦਕ ਖੇਤਰ ਨੂੰ ਇਹ ਕਹਿ ਸਕਦਾ ਸੀ ਕਿ ਮੈਂ ਤੈਨੂੰ ਉਤਪਾਦਨ ਦੇ ਸਾਧਨ ਦਿੱਤੇ ਹੈ, ਉਹਦੇ ਬਦਲੇ ਮੈਨੂੰ ਪੈਸੇ ਦੇ। ਪੈਸੇ ਕਿਵੇਂ ਦੇ? ਜੋ ਮੈਂ ਤੈਨੂੰ ਜ਼ਮੀਨ ਦਿੱਤੀ ਹੈ ਉਹਦੇ ਬਦਲੇ ਲਗਾਨ ਜਾਂ ਕਿਰਾਇਆ ਦੇ ਦੇ। ਜੋ ਪੈਸਾ ਦਿੱਤਾ ਹੈ ਉਹਦੇ ਬਦਲੇ ਵਿਆਜ ਦੇ ਦੇ। ਜੋ ਮਜ਼ਦੂਰ ਦਿੱਤੇ ਨੇ ਉਹਦੇ ਬਦਲੇ ਮਜ਼ਦੂਰੀ ਦੇ ਦੇ। ਉਹਦੇ ਬਦਲੇ ਉਦਮ ਬਦਲੇ ਕੀ ਕਰਦੇ? ਲਾਭ ਦੇ ਦੇ। ਪਰ ਜੇ ਆਪਾਂ ਲਗਾਨ ਹੈ, ਵਿਆਜ ਹੈ, ਮਜ਼ਦੂਰੀ ਹੈ, ਠੀਕ ਹੈ, ਜਾਂ ਜੋ ਵੀ ਕਿਰਾਇਆ ਹੈ, ਅਗਰ ਆਪਾਂ ਇਹ ਲੈਣਾ ਹੈ ਤਾਂ ਕਿੰਦੇ ਵਿੱਚ ਲੈਣਾ ਹੋਏਗਾ? ਪੈਸੇ ਦੇ ਵਿੱਚ। ਪਰ ਪੈਸੇ ਤਾਂ ਹੈ ਨਹੀਂ। ਤਾਂ ਹੁਣ ਉਤਪਾਦਕ ਖੇਤਰ ਕਹੇਗਾ ਕਿ ਮੈਂ ਤੇਰੇ ਕੋਲ ਉਤਪਾਦਨ
ਦੇ ਸਾਧਨ ਲਏ ਨੇ ਉਹਦੇ ਨਾਲ ਮੈਂ ਉਤਪਾਦਨ ਕਰਾਇਆ ਹੈ ਤਾਂ ਆਪਾਂ ਕੀ ਕਰਦੇ ਆ ਜੋ ਮੈਂ ਉਤਪਾਦਨ ਕਰਾਇਆ ਉਹ ਸਾਰੇ ਦਾ ਸਾਰਾ ਉਤਪਾਦਨ ਤੂੰ ਲੈ ਲੈ ਮਤਲਬ ਹੁਣ ਕੀ ਹੋਇਆ ਕਿ ਪਰਿਵਾਰ ਖੇਤਰ ਨੇ ਇਹਨੂੰ ਕੀ ਕੀਤਾ ਉਤਪਾਦਨ ਦੇ ਸਾਧਨ ਦਿੱਤੇ ਇਹਦੇ ਬਦਲੇ ਉਹਨੇ ਪੈਸੇ ਨਹੀਂ ਲਏ ਮਤਲਬ ਮੁਦਰਾ ਨਹੀਂ ਲਈ ਇਹਨੇ ਕੀ ਕੀਤਾ ਇਹਨੂੰ ਸਾਰੀਆਂ ਤੇ ਸਾਰੀਆਂ ਵਸਤੂਆਂ ਤੇ ਸੇਵਾਵਾਂ ਦਿੱਤੀਆਂ ਇਹਨੇ ਇਹਦੇ ਕੋਲੋਂ ਪੈਸੇ ਨਹੀਂ ਲਏ ਯਾਨੀ ਦੋਨੋਂ ਖੇਤਰਾਂ ਦੇ ਵਿੱਚ ਕੀ ਹੋਇਆ ਲੈਣ ਦੇਣ ਵੀ ਹੋ ਗਿਆ ਕਿੰਦੇ ਵਿੱਚ ਹੋਇਆ ਵਸਤੂਆਂ ਦੇ ਵਿੱਚ ਹੋਇਆ ਸੇਵਾਵਾਂ ਦੇ ਵਿੱਚ ਹੋਇਆ ਤੇ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੇ ਵਿੱਚ ਹੋਇਆ ਪਰ ਇੱਕ ਖੇਤਰ ਨੇ ਦੂਜੇ ਖੇਤਰ ਤੋਂ ਇਹ ਲੈਣ ਦੇਣ ਜਿਹੜੇ ਨੇ ਉਹ ਮੁਦਰਾ ਦੇ ਰੂਪ ਦੇ ਵਿੱਚ ਨਹੀਂ ਕੀਤੇ ਸਾਰੇ ਲੈਣ ਦੇਣ ਜਿਹੜੇ ਨੇ ਉਹ ਵਸਤੂਆਂ ਤੇ ਸੇਵਾਵਾਂ ਦੇ ਰੂਪ ਦੇ ਵਿੱਚ ਹੋ ਗਏ ਤਾਂ ਇਹਨੂੰ ਆਪਾਂ ਕਵਾਂਗੇ ਵਾਸਤਵਿਕ ਪ੍ਰਵਾਹ ਠੀਕ ਹੋ ਗਿਆ ਵਾਸਤਵਿਕ ਪ੍ਰਵਾਹ ਕੀ ਹੋਇਆ ਸਾਰੇ ਲੈਣ ਦੇਣ ਹੋਣਗੇ ਪ੍ਰਵਾਹ ਹੋਣਗੇ ਇੱਕ ਖੇਤਰ ਤੋਂ ਦੂਜੇ ਖੇਤਰ ਦੇ ਵੱਲ ਪਰ ਕੋਈ ਵੀ ਖੇਤਰ ਦੂਜੇ ਖੇਤਰ ਤੋਂ ਕਿਸੇ ਵੀ ਤਰ੍ਹਾਂ ਦਾ ਪੈਸਾ ਜਿਹੜਾ ਹੈ ਉਹ ਨਹੀਂ ਲਏਗਾ ਕਿਉਂ ਨਹੀਂ ਲਏਗਾ ਕਿਉਂਕਿ ਪੈਸਾ ਹੈ ਹੀ ਨਹੀਂ ਸੀ ਉਦੋਂ ਠੀਕ ਹੈ ਹੁਣ ਆਪਾਂ ਆ ਜਾਂਦੇ ਆ ਆਪਣੇ ਦੂਸਰੇ ਪ੍ਰਵਾਹ ਦੇ ਉੱਪਰ ਜਿਹਨੂੰ ਆਪਾਂ ਕਹਿੰਦੇ ਆ ਮੌਦਰਿਕ ਪ੍ਰਵਾਹ ਹੁਣ ਆਪਾਂ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਕਿਵੇਂ ਦਿਖਾਣਾ ਹੈ अगर ਆਪਾਂ ਮੌਦਰਿਕ ਪ੍ਰਵਾਹ ਦਿਖਾਣਾ ਹੈ ਉਹਦੇ ਵਾਸਤੇ ਫਿਰ ਆਪਾਂ ਕੀ ਕਰਦੇ ਆ ਆਪਾਂ ਦੋ ਖੇਤਰਾਂ ਦੀ ਐਗਜ਼ਾਮਪਲ ਲੈ ਲੈਂਦੇ ਆ ਇੱਕ ਆਪਣਾ ਪਰਿਵਾਰ ਖੇਤਰ ਹੈ ਇੱਕ ਆਪਣਾ ਉਤਪਾਦਕ ਖੇਤਰ ਹੈ ਦੁਬਾਰਾ ਉਹੀ ਦੋ ਖੇਤਰ ਆ ਗਏ ਜਿਨ੍ਹਾਂ ਦੀ ਆਪਾਂ ਐਗਜ਼ਾਮਪਲ ਲਈ ਹੈ ਹੁਣ ਕੀ ਹੋਏਗਾ ਜਦੋਂ ਆਪਾਂ ਮੌਦਰਿਕ ਪ੍ਰਵਾਹ ਦੀ ਗੱਲ ਕਰਾਂਗੇ ਨੰਬਰ 2 ਦੇ ਉੱਪਰ ਤਾਂ ਉਹਦੇ ਵਾਸਤੇ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਬਿਨਾ ਵਾਸਤਵਿਕ ਪ੍ਰਵਾਹ ਤੋਂ ਮੌਦਰਿਕ ਪ੍ਰਵਾਹ ਜਿਹੜੇ ਨੇ ਉਹ ਨਹੀਂ ਹੋਣਗੇ ਕਿਉਂ ਅਗਰ ਆਪਾਂ ਕਿਸੇ ਵੀ ਵਿਅਕਤੀ ਤੋਂ ਜਾਂ ਕਿਸੇ ਵੀ ਸੰਸਥਾ ਤੋਂ ਕੋਈ ਆਪਾਂ ਚੀਜ਼ ਲੈ ਰਹੇ ਹਾਂ ਕੋਈ ਵਸਤੂ ਲੈ ਰਹੇ ਹਾਂ ਕੋਈ ਸੇਵਾ ਲੈ ਰਹੇ ਹਾਂ ਉਹਦੇ ਬਾਅਦ ਹੀ ਮੁਦਰਾ ਦੇਾਂਗੇ ਐਵੇਂ ਸਿੱਧਾ ਥੋੜੀ ਆਪਾਂ ਕਹਾਂਗੇ ਐਂ ਕਿ ਮੇਰੇ ਕੋਲ 500 ਦਾ ਨੋਟ ਹੈਗਾ ਤੂੰ ਮੇਰੇ ਕੋਲ 500 ਦਾ ਨੋਟ ਲੈ ਲੈ ਤੇ 100 ਦੇ 500 ਨੋਟ ਦੇ ਦੇ ਆਪਣਾ ਲੈਣ ਦੇਣ ਹੋ ਗਿਆ ਇੱਕ ਆਦੇ ਲੈਣ ਦੇਣ ਹੋਏ ਠੀਕ ਹੈ ਨਾ ਵੀ 500 ਰੁਪਇਆ ਨਕਦ ਫੜਾਤਾ ਇਕੱਠਾ ਉਹਦੇ ਬਦਲੇ 100 ਰੁਪਏ ਦੇ 5 ਨੋਟ ਲੈ ਲੇ ਇੱਕ ਹੀ ਹਿਸਾਬ ਤਾਂ ਹੋਇਆ ਤਾਂ ਜਦੋਂ ਵੀ ਮੌਦਰਿਕ ਪ੍ਰਵਾਹ ਹੋਣਗੇ ਉਸ ਤੋਂ ਪਹਿਲਾਂ ਕੀ ਹੋਏਗਾ ਵਾਸਤਵਿਕ ਪ੍ਰਵਾਹ ਜਿਹੜੇ ਨੇ ਉਹ ਹੋਇਆ ਕਰਨਗੇ ਠੀਕ ਹੋ ਗਿਆ ਤਾਂ ਪਹਿਲਾਂ ਆਪਾਂ ਕੀ ਕਰਾਂਗੇ ਵਾਸਤਵਿਕ ਪ੍ਰਵਾਹ ਹੁਣ ਆਪਾਂ ਇੱਥੇ ਬਣਾਉਣਾ ਨਹੀਂ ਹੈਗਾ ਕਿਉਂ ਨਹੀਂ ਬਣਾਉਣਾ ਕਿਉਂਕਿ ਆਪਾਂ ਕੀ ਦਿਖਾਣਾ ਚਾਹੁੰਦੇ ਆ ਆਪਾਂ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਦਿਖਾਣਾ ਚਾਹੁੰਦੇ ਆ ਤਾਂ ਮੌਦਰਿਕ ਪ੍ਰਵਾਹ ਵਾਸਤੇ ਆਪਾਂ ਕੀ ਕਰਾਂਗੇ ਜੋ ਚੀਜ਼ ਦਿਮਾਗ ਦੇ ਵਿੱਚ ਰੱਖਾਂਗੇ ਉਹ ਹੋਏਗਾ ਆਪਣਾ ਵਾਸਤਵਿਕ ਪ੍ਰਵਾਹ ਮਤਲਬ ਵਾਸਤਵਿਕ ਪ੍ਰਵਾਹ ਦਿਮਾਗ ਵਿੱਚ ਰੱਖਣਾ ਹੈ ਬਣਾਉਣਾ ਕੀ ਹੈ ਮੌਦਰਿਕ ਪ੍ਰਵਾਹ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਕੀ ਹੋਏਗਾ ਪਰਿਵਾਰ ਖੇਤਰ ਜਿਹੜਾ ਹੈ ਉਹ ਆਪਣੀਆਂ ਸਾਧਨ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਨੂੰ ਦੇ ਦੇਗਾ ਹੁਣ ਵਾਸਤਵਿਕ ਪ੍ਰਵਾਹ ਹੋ ਗਿਆ ਪਰ ਮੈਂ ਉਹਨੂੰ ਬਣਾਉਂਗਾ ਨਹੀਂ ਦਿਮਾਗ 'ਚ ਰੱਖਾਂਗਾ ਤਾਂ ਸਭ ਤੋਂ ਪਹਿਲਾਂ ਪਰਿਵਾਰ ਖੇਤਰ ਨੇ ਉਤਪਾਦਨ ਦੇ ਸਾਧਨ ਕਿਹੜੇ ਹੋ ਗਏ ਭੂਮੀ ਹੋ ਗਈ ਪੂੰਜੀ ਹੋ ਗਿਆ ਮਜ਼ਦੂਰ ਹੋ ਗਿਆ ਉਦਮ ਹੋ ਗਿਆ ਇਹ ਸਾਰੇ ਜਿਹੜੇ ਨੇ ਇਹ ਕਿਹਨੂੰ ਦੇਤੇ ਇਹ ਉਤਪਾਦਕ ਖੇਤਰ ਜਿਹੜਾ ਹੈ ਉਹਨੂੰ ਦੇਤੇ ਠੀਕ ਹੋ ਗਿਆ ਉਹਦੇ ਬਦਲੇ ਉਤਪਾਦਕ ਖੇਤਰ ਨੂੰ ਇਹ ਕਿਹਾ ਗਿਆ ਵੀ ਅਸੀਂ ਤੈਨੂੰ ਇਹ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਦਿੱਤੇ ਨੇ ਭੂਮੀ ਦਿੱਤੀ ਹੈ ਪੂੰਜੀ ਦਿੱਤੀ ਹੈ ਮਜ਼ਦੂਰ ਦਿੱਤੇ ਹੈ ਉਦਮ ਦਿੱਤੇ ਹੈ ਉਹਦੇ ਬਦਲੇ ਪੈਸੇ ਦੇ ਮੌਦਰਿਕ ਪ੍ਰਵਾਹ ਹੈ ਪੈਸੇ ਦੇ ਤਾਂ ਉਤਪਾਦਕ ਖੇਤਰ ਕੀ ਕਰੇਗਾ ਇਹਨਾਂ ਸਾਰੇ ਜਿਹੜੇ ਉਤਪਾਦਨ ਦੇ ਸਾਧਨ ਨੇ ਇਹਨਾਂ ਬਦਲੇ ਉਹ ਕੀ ਕਰੇਗਾ ਪਰਿਵਾਰ ਖੇਤਰ ਨੂੰ ਸਾਧਨ ਆਮਦਨ ਜਿਹੜੀ ਹੈ ਉਹ ਪ੍ਰਦਾਨ ਕਰਵਾਏਗਾ ਸਾਧਨ ਆਮਦਨ ਮਤਲਬ ਉਤਪਾਦਨ ਦੇ ਸਾਧਨਾਂ ਦੀ ਆਮਦਨ ਮਤਲਬ ਜੇ ਉਤਪਾਦਨ ਦੇ ਸਾਧਨ ਲਏ ਗਏ ਨੇ ਤਾਂ ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਦਿੱਤੀ ਜਾਏਗੀ ਆਮਦਨ ਦਿੱਤੀ ਜਾਏਗੀ ਹੁਣ ਉਤਪਾਦਨ ਦੇ ਸਾਧਨ ਕਿੰਨੇ ਲਏ ਸੀ 4 ਤਾਂ ਫਿਰ ਸਾਧਨ ਆਮਦਨ ਵੀ ਕਿੰਨੀ ਤਰ੍ਹਾਂ ਦੀ ਹੋਏਗੀ 4 ਤਰ੍ਹਾਂ ਦੀ ਕਿਹੜੇ ਹੋਣਗੇ ਜੇ ਤਾਂ ਜ਼ਮੀਨ ਲਈ ਹੈ ਤਾਂ ਜ਼ਮੀਨ ਦੇ ਬਦਲੇ ਕੀ ਦਿੱਤਾ ਜਾਏਗਾ ਲਗਾਨ ਜੇ ਮਜ਼ਦੂਰ ਲਏ ਨੇ ਤਾਂ ਕੀ ਦਿੱਤਾ ਜਾਏਗਾ ਮਜ਼ਦੂਰੀ ਠੀਕ ਹੈ ਜੇ ਪੈਸਾ ਲਿਆ ਤਾਂ ਕੀ ਦਿੱਤਾ ਜਾਏਗਾ ਵਿਆਜ ਤੇ ਬਾਕੀ ਜੋ ਬਚ ਜਾਏਗਾ ਉਹ ਕੀ ਹੋ ਜਾਏਗਾ ਉਹ ਉਦਮਕਰਤਾ ਦਾ ਲਾਭ ਜਿਹੜਾ ਹੈ ਉਹ ਹੋ ਜਾਏਗਾ ਤਾਂ ਪਹਿਲਾਂ ਕੀ ਹੋਇਆ ਪਰਿਵਾਰ ਖੇਤਰ ਤੋਂ ਉਤਪਾਦਕ ਖੇਤਰ ਦੇ ਵੱਲ ਕੀ ਹੋਇਆ ਵਾਸਤਵਿਕ ਪ੍ਰਵਾਹ ਹੋਇਆ ਹੁਣ ਕੀ ਹੋਇਆ ਉਤਪਾਦਕ ਖੇਤਰ ਨੇ ਉਹਦੇ ਬਦਲੇ ਪਰਿਵਾਰ ਖੇਤਰ ਨੂੰ ਪੈਸਾ ਦਿੱਤਾ ਮਤਲਬ ਮੌਦਰਿਕ ਪ੍ਰਵਾਹ ਜਿਹੜੇ ਨੇ ਉਹ ਆ ਗਏ ਹੁਣ ਕੀ ਹੋਏਗਾ ਹੁਣ ਦੂਜੀ ਸਟੇਜ ਦੇ ਵਿੱਚ ਕੀ ਹੋਏਗਾ ਵੀ ਜਿਹੜਾ ਉਤਪਾਦਕ ਖੇਤਰ ਹੈ ਇਹਦੇ ਕੋਲ ਕੀ ਹੋ ਗਿਆ ਵਸਤੂਆਂ ਆ ਗਈਆਂ ਇਹਨੇ ਕੀ ਕਰਨਾ ਹੈ ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਕੀ ਕਰਨੀਆਂ ਨੇ ਉਹ
ਪਰਿਵਾਰ ਖੇਤਰ ਨੂੰ ਦੇ ਦੇਣੀਆਂ ਨੇ ਕਿ ਲੋ ਜੀ ਤੁਸੀਂ ਮੈਨੂੰ ਜਿਹੜਾ ਆਪਣੀਆਂ ਸਾਧਨ ਸੇਵਾਵਾਂ ਦਿੱਤੀਆਂ ਸੀ, ਉਤਪਾਦਨ ਦੇ ਸਾਧਨ ਦਿੱਤੇ ਸੀ, ਮੈਂ ਉਹਦੇ ਨਾਲ ਇੰਨੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਬਣਾਈਆਂ ਨੇ, ਤਾਂ ਮੇਰੇ ਕੋਲ ਵਸਤੂਆਂ ਹੈਗੀਆਂ ਨੇ। ਤੁਸੀਂ ਪਰਿਵਾਰ ਖੇਤਰ ਵਾਲੇ ਹੋ, ਤੁਸੀਂ ਉਹਨਾਂ ਵਸਤੂਆਂ ਤੇ ਸੇਵਾਵਾਂ ਦੀ ਵਰਤੋਂ ਕਰਨੀ ਹੈ, ਤਾਂ ਮੈਂ ਤੁਹਾਨੂੰ ਕੀ ਕਰ ਰਿਹਾ, ਉਹ ਵਸਤੂਆਂ ਤੇ ਸੇਵਾਵਾਂ ਦੇ ਰਿਹਾ। ਤਾਂ ਹੁਣ ਕੀ ਹੋਏਗਾ, ਜਿਹੜਾ ਉਤਪਾਦਕ ਖੇਤਰ ਹੈ ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਕੀ ਕਰੇਗਾ, ਪਰਿਵਾਰ ਖੇਤਰ ਨੂੰ ਜਿਹੜਾ ਹੈ ਉਹ ਦੇ ਦੇਗਾ। ਹੁਣ ਤਾਂ ਵਾਸਤਵਿਕ ਪ੍ਰਵਾਹ ਹੈ, ਆਪਾਂ ਨਹੀਂ ਦਿਖਾ ਰਹੇ। ਹੁਣ ਪਰਿਵਾਰ ਖੇਤਰ ਨੇ ਕੀ ਕੀਤਾ, ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਤੋਂ ਲੈ ਲਈਆਂ। ਹੁਣ ਪਰਿਵਾਰ ਖੇਤਰ ਕੀ ਕਰੇਗਾ, ਉਹਨਾਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਦਾ ਕੀ ਕਰੇਗਾ, ਉਪਭੋਗ ਕਰੇਗਾ। ਉਪਭੋਗ ਕਰੇਗਾ ਮਤਲਬ ਉਹਨਾਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਵਰਤੋਂ ਕਰੇਗਾ। ਜੇ ਵਰਤੋਂ ਕਰੇਗਾ ਤਾਂ ਉਹਦੇ ਬਦਲੇ ਕੀ ਹੋਏਗਾ, ਉਪਭੋਗ ਕਰੇਗਾ। ਹੁਣ ਵਸਤੂਆਂ ਤੇ ਸੇਵਾਵਾਂ ਲਈਆਂ, ਉਹਦੇ ਬਦਲੇ ਕੀ ਦੇਣਾ ਪਏਗਾ, ਪੈਸੇ ਦੇਣੇ ਪੈਣਗੇ ਨਾ। ਤਾਂ ਪੈਸੇ ਨੂੰ ਆਪਾਂ ਕੀ ਕਵਾਂਗੇ, ਆਪਾਂ ਨੂੰ ਕਹਾਂਗੇ ਉਪਭੋਗ ਖਰਚ। ਕਿਉਂਕਿ ਜਿਹੜਾ ਪਰਿਵਾਰ ਖੇਤਰ ਹੈ ਉਹਦਾ ਕੰਮ ਹੈ ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰਨਾ, ਤਾਂ ਉਪਭੋਗ ਦੇ ਉੱਪਰ ਜੋ ਖਰਚਾ ਕੀਤਾ ਜਾਏਗਾ ਉਹ ਹੋ ਜਾਏਗਾ ਉਪਭੋਗ ਖਰਚ। ਯਾਨੀ ਇਹ ਉਤਪਾਦਕ ਖੇਤਰ ਪਰਿਵਾਰ ਖੇਤਰ ਨੂੰ ਕਹੇਗਾ ਕਿ ਜਦੋਂ ਮੈਂ ਤੇਰੇ ਕੋਲ ਸਾਧਨ ਸੇਵਾਵਾਂ ਲਈਆਂ ਸੀ, ਉਹਦੇ ਬਦਲੇ ਮੈਂ ਤੈਨੂੰ ਪੈਸੇ ਦਿੱਤੇ, ਹੁਣ ਮੈਂ ਤੈਨੂੰ ਵਸਤੂਆਂ ਤੇ ਸੇਵਾਵਾਂ ਦੇ ਰਿਹਾ, ਉਹਦੇ ਬਦਲੇ ਮੈਨੂੰ ਪੈਸੇ ਦੇ ਦੇ, ਤਾਂ ਉਹ ਕੀ ਕਰੇਗਾ, ਇਹਨੂੰ ਪੈਸੇ ਦੇ ਦੇਗਾ, ਤਾਂ ਉਹ ਕੀ ਹੋ ਜਾਏਗਾ, ਉਪਭੋਗ ਖਰਚ ਜਿਹੜਾ ਹੈ ਉਹ ਹੋ ਜਾਏਗਾ। ਗੱਲ ਕਲੀਅਰ ਹੋ ਗਈ। ਤਾਂ ਹੁਣ ਆਪਾਂ ਐਸੇ ਹੀ ਚੀਜ਼ ਨੂੰ ਕੀ ਕਰਦੇ ਆ, ਇਕੱਠਾ ਜਿਹੜਾ ਹੈ ਉਹ ਦਿਖਾ ਦਿੰਨੇ ਆ। ਯਾਨੀ ਇੱਕੋ ਹੀ ਡਾਇਗਰਾਮ ਦੇ ਵਿੱਚ ਆਪਾਂ ਕੀ ਕਰਦੇ ਆ, ਵਾਸਤਵਿਕ ਪ੍ਰਵਾਹ ਵੀ ਦਿਖਾਵਾਂਗੇ ਤੇ ਨਾਲ ਦੇ ਨਾਲ ਮੌਦਰਿਕ ਪ੍ਰਵਾਹ ਜਿਹੜੇ ਨੇ ਉਹ ਵੀ ਦਿਖਾਵਾਂਗੇ। ਤਾਂ ਆਪਾਂ ਆਪਣੀ ਦੋ ਖੇਤਰੀ ਅਰਥ ਵਿਵਸਥਾ ਦੀ ਐਗਜ਼ਾਮਪਲ ਜਿਹੜੀ ਹੈ ਉਹ ਲੈ ਲੈਂਦੇ ਆ। ਸਭ ਤੋਂ ਪਹਿਲਾਂ ਕੀ ਹੋਏਗਾ, ਇੱਧਰ ਆਪਣੇ ਕੋਲ ਪਰਿਵਾਰ ਖੇਤਰ ਆਏਗਾ, ਇੱਧਰ ਜਿਹੜਾ ਹੈ ਉਹ ਆਪਣੇ ਕੋਲ ਉਤਪਾਦਕ ਖੇਤਰ ਆਏਗਾ। ਤਾਂ ਇੱਕ ਪਾਸੇ ਪਰਿਵਾਰ ਖੇਤਰ ਆ ਗਿਆ, ਇੱਕ ਪਾਸੇ ਉਤਪਾਦਕ ਖੇਤਰ ਆ ਗਿਆ। ਸਭ ਤੋਂ ਪਹਿਲਾਂ ਪਰਿਵਾਰ ਖੇਤਰ ਨੇ ਕੀ ਕੀਤਾ, ਜਿਹੜਾ ਉਤਪਾਦਕ ਖੇਤਰ ਹੈ ਇਹਨੂੰ ਕੀ ਕੀਤਾ, ਇਹਨੂੰ ਦਿੱਤੀਆਂ ਸਾਧਨ ਸੇਵਾਵਾਂ। ਤਾਂ ਸਾਧਨ ਸੇਵਾਵਾਂ ਕੀ ਦਿੱਤੀਆਂ ਹੋਣਗੀਆਂ, ਉਹੀ ਗੱਲ, ਭੂਮੀ ਹੈ, ਨੰਬਰ 2 ਪੂੰਜੀ ਹੈ, ਨੰਬਰ 3 ਮਜ਼ਦੂਰ ਹੈ ਤੇ ਨੰਬਰ 4 ਉਦਮ ਜਿਹੜਾ ਹੈ ਉਹ ਹੋ ਜਾਇਆ ਕਰਦਾ ਹੈ। ਤਾਂ ਅਗਰ ਇਹ ਸਾਰੀਆਂ ਸਾਧਨ ਸੇਵਾਵਾਂ ਨੇ ਤੇ ਇਹ ਕਿਹੜੇ ਪ੍ਰਵਾਹ ਨੇ, ਇਹ ਸਾਰੇ ਦੇ ਸਾਰੇ ਵਾਸਤਵਿਕ ਪ੍ਰਵਾਹ ਜਿਹੜੇ ਨੇ ਉਹ ਹੋ ਜਾਂਦੇ ਨੇ। ਕਿਉਂਕਿ ਉਹਨੇ ਕੀ ਕੀਤਾ, ਉਤਪਾਦਨ ਦੇ ਸਾਧਨ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਨੂੰ ਦਿੱਤੀਆਂ ਨੇ। ਉਹਦੇ ਬਦਲੇ ਕੀ ਹੋਏਗਾ, ਹੁਣ ਦੇਖੋ ਜੋ ਬਲੈਕ ਕਲਰ ਨਾਲ ਚੱਲ ਰਿਹਾ ਹੈ ਉਹ ਵਾਸਤਵਿਕ ਪ੍ਰਵਾਹ ਹੈ, ਜੋ ਰੈੱਡ ਕਲਰ ਨਾਲ ਚੱਲੇਗਾ ਉਹ ਮੌਦਰਿਕ ਪ੍ਰਵਾਹ ਹੋਏਗਾ। ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਡੇ ਕੋਲ ਇਹ ਸਾਰੀਆਂ ਉਤਪਾਦਨ ਦੀਆਂ ਜਿਹੜੀਆਂ ਸੇਵਾਵਾਂ ਲਈਆਂ, ਉਹਦੇ ਬਦਲੇ ਮੈਂ ਤੁਹਾਨੂੰ ਕੀ ਕਰ ਰਿਹਾ, ਉਹਦੇ ਬਦਲੇ ਮੈਂ ਤੁਹਾਨੂੰ ਸਾਧਨ ਆਮਦਨ ਜਿਹੜੀ ਹੈ ਉਹ ਪ੍ਰਦਾਨ ਕਰਵਾ ਰਿਹਾ। ਹੁਣ ਜਿਹੜੀ ਸਾਧਨ ਆਮਦਨ ਹੈ ਉਹ ਕਿਵੇਂ ਪ੍ਰਦਾਨ ਕਰਵਾਈ ਜਾਏਗੀ, ਜਿਹੜਾ ਭੂਮੀ ਹੈ ਉਹਦੇ ਬਦਲੇ ਲਗਾਨ ਹੋ ਜਾਏਗਾ, ਜਿਹੜਾ ਪੂੰਜੀ ਹੈ ਉਹਦੇ ਬਦਲੇ ਵਿਆਜ ਹੋ ਜਾਏਗਾ, ਜਿਹੜਾ ਮਜ਼ਦੂਰ ਹੈ ਉਹਨੂੰ ਆਪਾਂ ਮਜ਼ਦੂਰੀ ਦਵਾ ਦੇਾਂਗੇ ਤੇ ਉਦਮ ਨੂੰ ਆਪਾਂ ਕੀ ਕਰ ਦਿਆਂਗੇ, ਲਾਭ ਜਿਹੜਾ ਹੈ ਉਹ ਦਵਾ ਦੇਾਂਗੇ। ਯਾਨੀ ਇਹ ਕੀ ਹੋ ਜਾਣਗੇ, ਲਗਾਨ ਹੈ, ਵਿਆਜ ਹੈ, ਮਜ਼ਦੂਰੀ ਹੈ, ਲਾਭ ਹੈ, ਇਹ ਕੀ ਹੋ ਜਾਏਗਾ, ਇਹ ਹੋ ਜਾਏਗਾ ਮੌਦਰਿਕ ਪ੍ਰਵਾਹ। ਯਾਨੀ ਪਰਿਵਾਰ ਖੇਤਰ ਨੇ ਕੀ ਕੀਤਾ, ਵਾਸਤਵਿਕ ਪ੍ਰਵਾਹ ਕੀਤਾ, ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹਨੇ ਕੀ ਕਰਤਾ, ਉਹਨੇ ਉਹਦੇ ਬਦਲੇ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਕਰ ਦਿੱਤਾ। ਹੁਣ ਕੀ ਹੋਏਗਾ, ਹੁਣ ਉਸ ਤੋਂ ਬਾਅਦ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ, ਕਿਉਂਕਿ ਉਹਦੇ ਕੋਲ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਮੌਜੂਦ ਨੇ, ਤਾਂ ਉਹਨੇ ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਕਿਹਨੂੰ ਦੇ ਦੇਣੀਆਂ ਨੇ, ਉਹ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਨੇ ਉਹਨੇ ਪਰਿਵਾਰ ਖੇਤਰ ਨੂੰ ਦੇ ਦੇਣੀਆਂ ਨੇ ਕਿ ਮੇਰੇ ਕੋਲ ਵਸਤੂਆਂ ਤੇ ਸੇਵਾਵਾਂ ਹੈਗੀਆਂ ਨੇ, ਤੂੰ ਇਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਮੇਰੇ ਕੋਲ ਲੈ ਲੈ, ਕਿਉਂਕਿ ਮੈਂ ਤਾਂ ਉਤਪਾਦਨ ਕੀਤਾ ਹੈ। ਉਤਪਾਦਨ ਕਿੰਦੇ ਵਾਸਤੇ ਕੀਤਾ ਹੈ, ਤੇਰੇ ਵਾਸਤੇ ਕੀਤਾ ਹੈ, ਕਿਉਂਕਿ ਆਪਣੇ ਦੋਵਾਂ ਤੋਂ ਇਲਾਵਾ ਤੀਜਾ ਤਾਂ ਕੋਈ ਖੇਤਰ ਹੀ ਨਹੀਂ ਹੈਗਾ। ਤਾਂ ਜੋ ਮੈਂ ਵਸਤੂਆਂ ਤੇ ਸੇਵਾਵਾਂ ਬਣਾ ਰਿਹਾ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਮੈਂ ਤੇਰੇ ਵਾਸਤੇ ਬਣਾ ਰਿਹਾ। ਤਾਂ ਉਹ ਕੀ ਕਰੇਗਾ, ਆਪਣੇ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਇਹਨੂੰ ਦੇ ਦੇਗਾ। ਉਹਦੇ ਬਦਲੇ ਜਿਹੜਾ ਪਰਿਵਾਰ ਖੇਤਰ ਹੈ ਹੁਣ ਉਹਨੂੰ ਕੀ ਕਰਨਾ ਪਏਗਾ, ਜਿਹੜਾ ਉਤਪਾਦਕ ਖੇਤਰ ਹੈ ਉਹਨੂੰ ਕੀ ਕਰਨੇ ਪੈਣਗੇ, ਪੈਸੇ ਦੇਣੇ ਪੈਣਗੇ। ਕਿਸ ਰੂਪ ਦੇ ਵਿੱਚ ਦੇਣੇ ਪੈਣਗੇ, ਉਪਭੋਗ ਖਰਚ ਦੇ ਰੂਪ ਵਿੱਚ ਜਿਹੜਾ ਹੈ ਉਹ ਦੇਣੇ ਪੈਣਗੇ। ਠੀਕ ਹੈ, ਗੱਲ ਕਲੀਅਰ ਹੋਗੀ ਵੀ
ਜਿਸ ਪਹਿਲਾਂ ਕੀ ਹੋਇਆ, ਇਹਨੇ ਜਿਹੜਾ ਪਰਿਵਾਰ ਖੇਤਰ ਹੈ ਇਹਨੇ ਕੀ ਕੀਤਾ, ਇਹਨੇ ਕੀਤਾ ਵਾਸਤਵਿਕ ਪ੍ਰਵਾਹ, ਉਹਦੇ ਬਦਲੇ ਉਤਪਾਦਕ ਖੇਤਰ ਨੇ ਕੀਤਾ ਮੌਦਰਿਕ ਪ੍ਰਵਾਹ। ਫਿਰ ਕੀ ਹੋਇਆ, ਉਤਪਾਦਕ ਖੇਤਰ ਨੇ ਕੀਤਾ ਵਾਸਤਵਿਕ ਪ੍ਰਵਾਹ ਤੇ ਪਰਿਵਾਰ ਖੇਤਰ ਨੇ ਕੀਤਾ ਮੌਦਰਿਕ ਪ੍ਰਵਾਹ। ਯਾਨੀ ਹਰੇਕ ਇੱਕ ਜਿਹੜਾ ਪ੍ਰਵਾਹ ਹੈ ਉਹਦੇ ਬਦਲੇ, ਉਹਦੇ ਮੁਕਾਬਲੇ ਵਿੱਚ ਕੀ ਹੋਏਗਾ, ਦੂਜੇ ਖੇਤਰ ਦਾ ਵਾਸਤਵਿਕ ਪ੍ਰਵਾਹ ਹੋਏਗਾ ਤਾਂ ਅਗਲੇ ਖੇਤਰ ਦਾ ਕੀ ਹੋਏਗਾ, ਜਿਹੜਾ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਹੋਏਗਾ। ਗੱਲ ਕਲੀਅਰ ਹੋਗੀ? ਤਾਂ ਇਹ ਹੈ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ, ਜਿੰਦੇ ਵਿੱਚ ਆਪਾਂ ਮੌਦਰਿਕ ਪ੍ਰਵਾਹ ਵੀ ਦਿਖਾਏ ਤੇ ਨਾਲ ਦੇ ਨਾਲ ਆਪਾਂ ਵਾਸਤਵਿਕ ਪ੍ਰਵਾਹ ਜਿਹੜੇ ਨੇ ਉਹ ਵੀ ਆਪਾਂ ਦਿਖਾ ਦਿੱਤੇ। ਹੁਣ ਅਗਰ ਆਪਾਂ ਇੱਕ ਚੀਜ਼ ਨੋਟ ਕਰੀਏ ਤਾਂ ਉੱਥੋਂ ਆਪਾਂ ਨੂੰ ਕੀ ਰਿਜ਼ਲਟ ਮਿਲਦੇ ਨੇ, ਉਹ ਰਿਜ਼ਲਟ ਇਹ ਨੇ ਕਿ ਆਪਾਂ ਹੁਣ ਅਗਰ ਇਸ ਚੀਜ਼ ਨੂੰ ਜਿਹੜਾ ਉਹ ਆਪਾਂ ਦੁਬਾਰਾ ਬਣਾਈਏ ਤਾਂ ਉਹਦੇ ਤੋਂ ਥੋੜੇ ਆਪਾਂ ਕਨਕਲੂਜਨ ਜਿਹੜੇ ਨੇ ਆਪਾਂ ਹੋਰ ਨਿਕਾਲ ਸਕਦੇ ਹਾਂ। ਉਹ ਕਨਕਲੂਜਨ ਕੀ ਨਿਕਲੇ, ਦੇਖੋ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਕੀਤਾ, ਦੋ ਖੇਤਰ ਜਿਹੜੇ ਨੇ ਉਹ ਬਣਾਏ। ਪਹਿਲਾਂ ਆਪਾਂ ਕੀ ਬਣਾਇਆ, ਪਰਿਵਾਰ ਖੇਤਰ, ਦੂਸਰਾ ਆਪਾਂ ਇੱਥੇ ਕੀ ਬਣਾਇਆ, ਆਪਣਾ ਉਤਪਾਦਕ ਖੇਤਰ। ਇਹ ਦੋ ਖੇਤਰ ਜਿਹੜੇ ਨੇ ਉਹ ਆਪਾਂ ਬਣਾਤੇ, ਠੀਕ ਹੈ। ਹੁਣ ਕੀ ਹੋਇਆ, ਸਭ ਤੋਂ ਪਹਿਲਾਂ ਇਧਰੋਂ ਇਧਰ ਕੀ ਗਈਆਂ, ਇਧਰ ਗਈਆਂ ਆਪਣੀਆਂ ਸਾਧਨ ਸੇਵਾਵਾਂ, ਯਾਨੀ ਕਿ ਉਤਪਾਦਨ ਦੇ ਸਾਧਨ, ਠੀਕ ਹੈ। ਇਧਰੋਂ ਉਤਪਾਦਨ ਦੇ ਸਾਧਨ ਗਏ ਤਾਂ ਉਹਦੇ ਬਦਲੇ ਉਤਪਾਦਕ ਖੇਤਰ ਤੋਂ ਪਰਿਵਾਰ ਖੇਤਰ ਵੱਲ ਕੀ ਆਈ, ਉਧਰੋਂ ਆਈ ਸਾਧਨ ਆਮਦਨ, ਠੀਕ ਹੈ। ਜੋ ਰੈੱਡ ਕਲਰ ਨਾਲ ਚੱਲ ਰਿਹਾ ਹੈ ਉਹ ਮੌਦਰਿਕ ਪ੍ਰਵਾਹ ਹੈ, ਇਹ ਯਾਦ ਰੱਖਣਾ ਹੈ। ਫਿਰ ਕੀ ਹੋਇਆ, ਉਤਪਾਦਕ ਖੇਤਰ ਤੋਂ ਪਰਿਵਾਰ ਖੇਤਰ ਦੇ ਵੱਲ ਕੀ ਆਈਆਂ, ਉਹ ਆਈਆਂ ਵਸਤੂਆਂ ਅਤੇ ਸੇਵਾਵਾਂ, ਠੀਕ ਹੈ। ਉਹਦੇ ਬਦਲੇ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਕੀ ਕੀਤਾ, ਉਹਨੇ ਉਹਦੇ ਬਦਲੇ ਜਿਹੜਾ ਹੈ ਉਹ ਦੇਤਾ ਉਪਭੋਗ ਖਰਚ, ਤਾਂ ਉਹਨੇ ਬਦਲੇ ਉਪਭੋਗ ਖਰਚ ਕਰਤਾ, ਠੀਕ ਹੈ। ਹੁਣ ਇਹਦੇ ਤੋਂ ਨਤੀਜਾ ਕੀ ਨਿਕਲਿਆ, ਨਤੀਜਾ ਨੰਬਰ 1 ਜਿਹੜਾ ਇਥੋਂ ਨਿਕਲਿਆ ਉਹ ਇਹ ਨਿਕਲਿਆ ਕਿ ਅਗਰ ਆਪਾਂ ਜਿਹੜਾ ਪਰਿਵਾਰ ਖੇਤਰ ਹੈ, ਠੀਕ ਹੈ, ਪਰਿਵਾਰ ਖੇਤਰ ਦਾ ਵਾਸਤਵਿਕ ਪ੍ਰਵਾਹ, ਯਾਨੀ ਪਰਿਵਾਰ ਖੇਤਰ ਨੇ ਹੁਣ ਕੀ ਵਾਸਤਵਿਕ ਪ੍ਰਵਾਹ ਕੀਤਾ ਹੈ, ਉਹਨੇ ਕੀਤਾ ਹੈ ਸਾਧਨ ਸੇਵਾਵਾਂ ਦਾ। ਹੁਣ ਜਿੰਨੀਆਂ ਸਾਧਨ ਸੇਵਾਵਾਂ ਪਰਿਵਾਰ ਖੇਤਰ ਜਿਹੜਾ ਹੈ ਉਹ ਉਤਪਾਦਕ ਖੇਤਰ ਨੂੰ ਦੇਗਾ, ਉਤਪਾਦਕ ਖੇਤਰ ਉਹਦੇ ਬਦਲੇ ਉਨੇ ਹੀ ਪੈਸੇ ਦੇਗਾ ਵੀ ਜਿੰਨੇ ਇਹਦੇ ਕੋਲ ਮਜ਼ਦੂਰ, ਜਿੰਨੀ ਜ਼ਮੀਨ, ਜਿੰਨਾ ਪੈਸਾ, ਜਿੰਨੇ ਉਦਮ ਲਏਗਾ ਉਸ ਹਿਸਾਬ ਤੇ ਪੈਸੇ ਦੇਵੇਗਾ ਨਾ, ਜ਼ਿਆਦਾ ਥੋੜੀ ਦੇਵੇਗਾ। ਯਾਨੀ ਹੁਣ ਕੀ ਹੋਏਗਾ, ਇਹਦੇ ਬਦਲੇ ਕੀ ਹੋਏਗਾ, ਜਿਹੜਾ ਬਰਾਬਰ ਕੀ ਹੋਏਗਾ, ਬਰਾਬਰ ਹੋਏਗਾ ਉਤਪਾਦਕ ਖੇਤਰ ਦਾ ਮੌਦਰਿਕ ਪ੍ਰਵਾਹ। यानी जिन्ना वास्तविक प्रवाह की करेगा परिवार खेतर करेगा, उत्पादक खेतर उन्ना ही मौद्रिक प्रवाह करेगा। यानी जिन्नियां साधन सेवावां लेगा उनके बदले उन्नी ही साधन आमदन देगा, ज्यादा नहीं देगा, ना ही घट देगा। फिर की होएगा, अगर आप नंबर 2 ते आ जाइए तो नंबर 2 ते अगर आप देखिए कि जिहड़ा भी अपना उत्पादक खेतर है, उत्पादक खेतर दा जिहड़ा वास्तविक प्रवाह होएगा। ਹੁਣ ਉਤਪਾਦਕ ਖੇਤਰ ਦਾ ਵਾਸਤਵਿਕ ਪ੍ਰਵਾਹ ਕੀ ਹੈ ਵੀ ਜੋ ਉਹ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਇਹਨੂੰ ਦੇ ਰਿਹਾ ਉਹ ਕਿੰਨੇ ਬਰਾਬਰ ਹੋਏਗਾ, ਉਹ ਹੋਏਗਾ ਪਰਿਵਾਰ ਖੇਤਰ ਦਾ ਮੌਦਰਿਕ ਪ੍ਰਵਾਹ। ਠੀਕ ਹੈ, ਤਾਂ ਇਹ ਹੋ ਜਾਏਗਾ ਪਰਿਵਾਰ ਖੇਤਰ ਦਾ ਮੌਦਰਿਕ ਪ੍ਰਵਾਹ। ਯਾਨੀ ਹੁਣ ਜਿਹੜਾ ਉਤਪਾਦਕ ਖੇਤਰ ਹੈ ਉਹ ਜਿੰਨੀਆਂ ਵਸਤੂਆਂ ਤੇ ਸੇਵਾਵਾਂ ਪਰਿਵਾਰ ਖੇਤਰ ਨੂੰ ਦੇਗਾ ਉਨੇ ਹੀ ਪੈਸੇ ਉਪਭੋਗ ਖਰਚ ਦੇ ਰੂਪ ਦੇ ਵਿੱਚ ਇਹ ਪਰਿਵਾਰ ਖੇਤਰ ਜਿਹੜਾ ਹੈ ਉਹ ਉਤਪਾਦਕ ਖੇਤਰ ਨੂੰ ਦੇ ਦੇਗਾ। ਮਤਲਬ ਜੇ ਉਤਪਾਦਕ ਖੇਤਰ ਇਹਨੂੰ 100 ਰੁਪਏ ਦੀਆਂ ਵਸਤੂਆਂ ਤੇ ਸੇਵਾਵਾਂ ਦੇਗਾ ਤਾਂ ਪਰਿਵਾਰ ਖੇਤਰ ਉਹਦੇ ਬਦਲੇ 100 ਰੁਪਏ ਦੇਗਾ, 200 ਨਹੀਂ ਦੇਣ ਵਾਲਾ। ਯਾਨੀ ਕੀ ਹੋਏਗਾ, ਇੱਕ ਖੇਤਰ ਦਾ ਵਾਸਤਵਿਕ ਪ੍ਰਵਾਹ ਦੂਜੇ ਖੇਤਰ ਦੇ ਮੌਦਰਿਕ ਪ੍ਰਵਾਹ ਦੇ ਬਰਾਬਰ ਜਿਹੜਾ ਹੈ ਉਹ ਹੋਇਆ ਕਰਦਾ ਹੈ। ਤਾਂ ਇਹ ਦੋਨਾਂ ਦੇ ਵਿੱਚ ਜਿਹੜਾ ਹੈ ਉਹ ਕਨੈਕਸ਼ਨ ਹੈ। ਤਾਂ ਹੀ ਮੈਂ ਕਿਹਾ ਸੀ ਵੀ ਜਿਹੜਾ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਨੇ ਉਹ ਅਲੱਗ-ਅਲੱਗ ਨਹੀਂ ਹੈਗੇ, ਉਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਹਰੇਕ ਵਾਸਤਵਿਕ ਪ੍ਰਵਾਹ ਦੇ ਮੁਕਾਬਲੇ ਕੀ ਹੁੰਦਾ ਹੈ, ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਹੋਇਆ ਕਰਦਾ ਹੈ। ਨਾਓ ਇਟਸ ਕਲੀਅਰ। ਤਾਂ ਹੁਣ ਆਪਾਂ ਚੱਲਦੇ ਹਾਂ ਕਿ ਆਪਣੇ ਕੋਲ ਜਿਹੜੇ ਅਲੱਗ-ਅਲੱਗ ਖੇਤਰ ਨੇ, यानी परिवार खेतर है, उत्पादक खेतर है, ठीक है, उन्हां सारिਆਂ ਦੇ ਵਿੱਚ ਆਪਾਂ ਕੀ ਕਰਨਾ ਹੈ, ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਦਿਖਾਣਾ ਹੈ। ਤਾਂ ਆਪਾਂ ਜੈਸੇ ਕੀ ਕਰਦੇ ਹਾਂ, ਇੱਕ ਦੋ ਖੇਤਰੀ ਅਰਥ ਵਿਵਸਥਾ ਜਿਹੜੀ ਹੈ ਉਹਦੀ ਆਪਾਂ ਐਗਜ਼ਾਮਪਲ ਜਿਹੜੀ ਹੈ ਉਹ ਲੈ ਲੈਂਦੇ ਆ ਵੀ ਜਿਹੜੀ ਆਪਣੀ ਅਰਥ ਵਿਵਸਥਾ ਹੈ ਉਹਦੇ ਵਿੱਚ ਕਿੰਨੇ ਖੇਤਰ ਨੇ, ਦੋ ਖੇਤਰ ਨੇ, ਦੋ ਹੀ ਲੈਣੇ ਨੇ, ਜ਼ਿਆਦਾ ਨਹੀਂ ਲੈਣੇ। ਠੀਕ, ਤਾਂ ਹੁਣ ਉਹ ਦੋ ਖੇਤਰ ਕਿਹੜੇ ਨੇ, अगर आप ये बनाना चाहते हाँ तो उनके वास्ते अपन की करना पड़ेगा,
ਕੁਝ ਮਾਨਤਾਵਾਂ ਜਿਹੜੀਆਂ ਨੇ ਉਹ ਲੈਣੀਆਂ ਪੈਣਗੀਆਂ। ਮਤਲਬ ਆਪਾਂ ਨੂੰ ਕੋਈ ਨਾ ਕੋਈ ਚੀਜ਼ਾਂ ਜਿਹੜੀਆਂ ਨੇ ਉਹ ਮੰਨ ਕੇ ਚੱਲਣੀਆਂ ਪੈਣਗੀਆਂ ਵੀ ਆਹ ਚੀਜ਼ਾਂ ਪਹਿਲਾਂ ਤੋਂ ਸਟੈਂਡ ਕਰਦੀਆਂ ਨੇ। ਸਭ ਤੋਂ ਪਹਿਲੀ ਮਾਨਤਾ ਜਿਹੜੀ ਹੈ ਉਹ ਆਪਾਂ ਲੈ ਕੇ ਚੱਲਾਂਗੇ, ਕਿਉਂਕਿ ਆਪਾਂ ਦੋ ਖੇਤਰੀ ਅਰਥ ਵਿਵਸਥਾ ਮਾਡਲ ਲੈ ਕੇ ਚੱਲ ਰਹੇ ਹਾਂ, ਤਾਂ ਆਪਾਂ ਮੰਨ ਕੇ ਚੱਲਾਂਗੇ ਕਿ ਅਰਥ ਵਿਵਸਥਾ ਵਿੱਚ ਦੋ ਹੀ ਖੇਤਰ ਹਨ। ਠੀਕ ਹੈ, ਦੋ ਹੀ ਖੇਤਰ ਨੇ ਜੋ ਕਿ ਕਿਹੜੇ ਨੇ, ਜੋ ਕਿ ਪਰਿਵਾਰ ਖੇਤਰ ਅਤੇ ਉਤਪਾਦਕ ਖੇਤਰ ਨੇ। ਹੁਣ ਮੈਂ ਕਿਉਂ ਲਿਖਿਆ, ਮੈਂ ਇਸ ਕਰਕੇ ਲਿਖਿਆ ਕਿਉਂਕਿ ਦੇਖੋ ਆਪਾਂ ਇਹ ਤਾਂ ਕਹਿਤਾ ਵੀ ਅਰਥ ਵਿਵਸਥਾ ਦੇ ਵਿੱਚ ਦੋ ਖੇਤਰ ਨੇ। ਹੁਣ ਦੋ ਖੇਤਰ ਤਾਂ ਕੋਈ ਮਰਜ਼ੀ ਹੋ ਸਕਦੇ ਸੀ, ਉਹ ਤਾਂ ਪਰਿਵਾਰ ਖੇਤਰ ਤੇ ਸਰਕਾਰ ਵੀ ਹੋ ਸਕਦੇ ਸੀ, ਜਾਂ ਉਹ ਸਰਕਾਰ ਦੇ ਹੋਰ ਸੰਸਾਰ ਵੀ ਹੋ ਸਕਦੇ ਸੀ, ਉਹ ਉਤਪਾਦਕ ਤੇ ਸਰਕਾਰ ਵੀ ਹੋ ਸਕਦੇ ਸੀ, ਕੁਝ ਵੀ ਹੋ ਸਕਦਾ ਸੀ। ਤਾਂ ਆਪਾਂ ਨੂੰ ਪਹਿਲਾਂ ਤੋਂ ਮੰਨ ਕੇ ਚੱਲਣਾ ਪਏਗਾ ਵੀ ਜਿਹੜੇ ਦੋ ਖੇਤਰ ਨੇ ਉਹ ਕਿਹੜੇ ਨੇ। ਤਾਂ ਆਪਾਂ ਕਹਿਤਾ ਵੀ ਇੱਕ ਖੇਤਰ ਜਿਹੜਾ ਹੈ ਉਹ ਪਰਿਵਾਰ ਹੈ, ਇੱਕ ਜਿਹੜਾ ਕਿਹੜਾ ਹੈ ਉਹ ਉਤਪਾਦਕ ਖੇਤਰ ਹੈ। ਨੰਬਰ 2, ਹੁਣ ਆਪਾਂ ਮੰਨ ਕੇ ਕੀ ਚੱਲਾਂਗੇ ਵੀ ਸਰਕਾਰ ਨਹੀਂ ਹੈਗੀ, ਤਾਂ ਆਪਾਂ ਮੰਨ ਕੇ ਚੱਲਾਂਗੇ ਕਿ ਇੱਕ ਤਾਂ ਸਰਕਾਰ ਖੇਤਰ, ਨਾਲ ਨਾਲ ਕੀ ਹੋਏਗਾ, ਸਰਕਾਰ ਖੇਤਰ ਦੀ ਅਣਹੋਂਦ ਜਿਹੜੀ ਹੈ ਉਹ ਪਾਈ ਜਾਂਦੀ ਹੈ। ਠੀਕ ਹੈ, ਵੀ ਸਰਕਾਰ ਖੇਤਰ ਜਿਹੜਾ ਹੈ ਉਹ ਨਹੀਂ ਹੈਗਾ। ਤੀਸਰਾ ਚੀਜ਼ ਆਪਾਂ ਕੀ ਮੰਨ ਕੇ ਚੱਲ ਰਹੇ ਹਾਂ ਵੀ ਹੋਰ ਸੰਸਾਰ ਵੀ ਨਹੀਂ ਹੈਗਾ, ਤਾਂ ਆਪਾਂ ਕੀ ਕਰਾਂਗੇ, ਆਪਾਂ ਮੰਨ ਕੇ ਚੱਲਾਂਗੇ ਵੀ ਜਿਹੜੀ ਅਰਥ ਵਿਵਸਥਾ ਹੈ ਉਹ ਕੀ ਹੈ, ਉਹ ਬੰਦ ਹੈ। ਅਰਥ ਵਿਵਸਥਾ ਬੰਦ, ਬੰਦ ਕੀ ਹੋਏਗਾ, ਦੇਖੋ ਦੋ ਤਰ੍ਹਾਂ ਦੀਆਂ ਅਰਥ ਵਿਵਸਥਾਵਾਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਬੰਦ, ਇੱਕ ਹੁੰਦੀਆਂ ਨੇ ਖੁੱਲੀਆਂ। ਬੰਦ ਕੀ ਹੋਏਗਾ, ਤੁਸੀਂ ਸਮਝ ਲਓ ਬੰਦ ਕਮਰਾ ਹੈ, ਵੀ ਨਾ ਤਾਂ ਕੋਈ ਚੀਜ਼ ਅੰਦਰ ਆਣ ਲੱਗੀ ਹੈ ਤੇ ਨਾ ਕੋਈ ਚੀਜ਼ ਬਾਹਰ ਜਾਣ ਲੱਗੀ ਹੈ। ਅੰਦਰ ਆਣਾ ਮਤਲਬ ਨਾ ਤਾਂ ਆਯਾਤ ਹੋਣਗੇ, ਬਾਹਰ ਜਾਣਾ ਮਤਲਬ ਨਾ ਤਾਂ ਨਿਰਯਾਤ ਹੋਣਗੇ। ਤਾਂ ਨਾ ਆਯਾਤ ਹੁੰਦੇ ਨਾ ਨਿਰਯਾਤ ਹੁੰਦੇ, ਉਹਨੂੰ ਆਪਾਂ ਕੀ ਕਹਿੰਦੇ ਆ, ਬੰਦ ਅਰਥ ਵਿਵਸਥਾ। ਇੱਕ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਖੁੱਲੀ ਅਰਥ ਵਿਵਸਥਾ, ਮਤਲਬ ਖੁੱਲੇ ਦਰਵਾਜ਼ੇ ਨੇ, ਕੋਈ ਚੀਜ਼ ਅੰਦਰ ਵੀ ਆਏਗੀ ਮਤਲਬ ਆਯਾਤ ਵੀ ਹੋਣਗੇ, ਤੇ ਕੋਈ ਚੀਜ਼ ਬਾਹਰ ਵੀ ਜਾਏਗੀ ਮਤਲਬ ਨਿਰਯਾਤ ਵੀ ਹੋਣਗੇ। ਪਰ ਆਪਾਂ ਹੁਣ ਆਯਾਤ ਨਿਰਯਾਤ ਕਿਹਦੇ ਨਾਲ ਕਰਾਂਗੇ, ਦੂਜੇ ਦੇਸ਼ਾਂ ਨਾਲ ਕਰਾਂਗੇ ਨਾ, ਹੋਰ ਸੰਸਾਰ ਨਾਲ ਕਰਾਂਗੇ ਨਾ। ਤਾਂ ਆਪਾਂ ਮੰਨ ਕੇ ਚੱਲਦੇ ਪਿਆ ਹੋਰ ਸੰਸਾਰ ਹੈ ਹੀ ਨਹੀਂ, ਅਰਥ ਵਿਵਸਥਾ ਕੀ ਹੈ, ਬੰਦ ਹੈ, ਮਤਲਬ ਸਾਡਾ ਦੂਜੇ ਦੇਸ਼ਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਆਯਾਤ ਤੇ ਨਿਰਯਾਤ ਜਿਹੜਾ ਹੈ ਉਹ ਨਹੀਂ ਹੈਗਾ। ਚੌਥੀ ਚੀਜ਼ ਆਪਾਂ ਮੰਨ ਕੇ ਚੱਲਾਂਗੇ ਕਿ ਸਾਰੀ ਆਮਦਨ ਜਿੰਨੀ ਵੀ ਹੁੰਦੀ ਹੈ ਉਹਨੂੰ ਕੀ ਕਰ ਦਿੱਤਾ ਜਾਂਦਾ ਹੈ, ਖਰਚ ਕਰ ਦਿੱਤੀ ਜਾਂਦੀ ਹੈ। ਮਤਲਬ ਆਪਣੇ ਕੋਲ ਕੋਈ ਵੀ ਪੈਸਾ ਜਿਹੜਾ ਹੈ ਉਹ ਬਚਾ ਕੇ ਨਹੀਂ ਰੱਖਿਆ ਜਾਂਦਾ। ਮਤਲਬ ਹੁਣ ਦੇਖੋ ਆਪਾਂ ਪੈਸੇ ਬਚਾ ਕੇ ਰੱਖਾਂਗੇ, ਕਿੱਥੇ ਰੱਖਾਂਗੇ, ਬੈਂਕਾਂ 'ਚ ਰੱਖਾਂਗੇ ਨਾ, ਜਾਂ ਬੀਮਾ ਕੰਪਨੀਆਂ ਨੂੰ ਦੇ ਦਿਆਂਗੇ, ਜਾਂ ਡਾਕਖਾਨਿਆਂ 'ਚ ਜਮ੍ਹਾਂ ਕਰਾ ਦਾਂਗੇ। ਤਾਂ ਆਪਾਂ ਮੰਨ ਕੇ ਚੱਲਦੇ ਪਿਆ ਵੀ ਇਸ ਤਰ੍ਹਾਂ ਦੇ ਕੋਈ ਬੈਂਕ, ਕੋਈ ਬੀਮਾ ਕੰਪਨੀਆਂ, ਕੋਈ ਡਾਕਖਾਨੇ, ਲੋਕੀ ਇਹਨਾਂ 'ਚ ਕੋਈ ਪੈਸਾ ਜਮ੍ਹਾਂ ਨਹੀਂ ਕਰਾਉਂਦੇ। ਜਿੰਨਾ ਪੈਸਾ ਆਂਦਾ ਸਾਰਾ ਦਾ ਸਾਰਾ ਜਿਹੜਾ ਹੈ ਉਹ ਖਰਚ ਕਰ ਦਿੰਦੇ ਨੇ। ਤਾਂ ਹੁਣ ਇਹਨਾਂ ਦੇ ਆਧਾਰ ਤੇ ਆਪਾਂ ਕੀ ਕਰਾਂਗੇ, ਆਪਾਂ ਦੋ ਖੇਤਰਾਂ ਦੇ ਵਿੱਚ ਕਿਹੜੇ ਕਿਹੜੇ, ਪਰਿਵਾਰ ਖੇਤਰ ਤੇ ਉਤਪਾਦਕ ਖੇਤਰ ਜਿਹੜੇ ਨੇ ਉਹਨਾਂ 'ਚ ਆਪਾਂ ਲੈਣ ਦੇਣ ਜਿਹੜਾ ਹੈ ਉਹ ਦਿਖਾਵਾਂਗੇ। ਕਿਵੇਂ ਦਿਖਾਵਾਂਗੇ, ਜਿਵੇਂ ਆਪਾਂ ਹੁਣੇ ਵਿਖਾਇਆ ਸੀ, ਬਸ ਜੋ ਹੁਣੇ ਬਣਾਇਆ ਸੀ ਉਹੀ ਡਾਇਗਰਾਮ ਜਿਹੜੀ ਹੈ ਉਹ ਆਪਾਂ ਦੁਬਾਰਾ ਜਿਹੜੀ ਹੈ ਉਹ ਬਣਾਉਣ ਲੱਗੇ ਆ। ਤਾਂ ਉਹਦੇ ਵਾਸਤੇ ਆਪਾਂ ਕੀ ਕਰਾਂਗੇ, ਵਾਪਸ ਇੱਥੇ ਕੀ ਲੈ ਲਾਂਗੇ, ਆਪਾਂ ਇੱਥੇ ਲੈ ਲਾਂਗੇ ਪਰਿਵਾਰ ਖੇਤਰ। ਠੀਕ ਹੈ, ਇੱਧਰ ਆਪਾਂ ਲੈ ਲਾਂਗੇ ਆਪਣਾ ਦੂਸਰਾ ਖੇਤਰ ਜਿਹਨੂੰ ਆਪਾਂ ਨਾਮ ਦੇਾਂਗੇ ਆਪਣਾ ਉਤਪਾਦਕ ਖੇਤਰ। ਠੀਕ ਹੈ, ਹੁਣ ਆਪਾਂ ਕੀ ਕਰਨਾ ਹੈ, ਸਿਰਫ ਮੌਦਰਿਕ ਪ੍ਰਵਾਹ ਦਿਖਾਣੇ ਨੇ, ਵਾਸਤਵਿਕ ਨਹੀਂ ਦਿਖਾਣੇ। ਵਾਸਤਵਿਕ ਦਿਮਾਗ ਵਿੱਚ ਚੱਲਣੇ ਚਾਹੀਦੇ ਨੇ ਪਰ ਦਿਖਾਣੇ ਨਹੀਂ ਹੈਗੇ। ਤਾਂ ਕੀ ਹੋਊਗਾ, ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਖੇਤਰ ਹੈ ਉਹ ਕੀ ਕਰੇਗਾ, ਆਦੀਆਂ ਸਾਧਨ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਨੂੰ ਦੇ ਦੇਗਾ, ਵਾਸਤਵਿਕ ਪ੍ਰਵਾਹ ਹੋ ਗਿਆ। ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ, ਉਹ ਪਰਿਵਾਰ ਖੇਤਰ ਨੂੰ ਕੀ ਪ੍ਰਦਾਨ ਕਰਵਾਏਗਾ, ਉਹਨਾਂ ਉਤਪਾਦਨ ਦੇ ਸਾਧਨਾਂ ਦੇ ਬਦਲੇ ਦਿੱਤੀ ਜਾਣ ਵਾਲੀ ਆਮਦਨ, ਯਾਨੀ ਕਿ ਸਾਧਨ ਆਮਦਨ। ਸਾਧਨ ਆਮਦਨ ਕਿਵੇਂ ਦਿੱਤੀ ਜਾਏਗੀ, ਉਹ ਦਿੱਤੀ ਜਾਏਗੀ ਲਗਾਨ ਦੇ ਰੂਪ ਦੇ ਵਿੱਚ, ਨੰਬਰ 2 ਵਿਆਜ ਦੇ ਰੂਪ ਦੇ ਵਿੱਚ, ਨੰਬਰ 3 ਜਿਹੜਾ ਹੈ ਮਜ਼ਦੂਰੀ ਦੇ ਰੂਪ ਦੇ ਵਿੱਚ, ਤੇ ਨੰਬਰ 4 ਜਿਹੜਾ ਹੈ ਉਹ ਲਾਭ ਦੇ ਰੂਪ ਦੇ ਵਿੱਚ। ਹੁਣ ਜਿਹੜਾ ਪਰਿਵਾਰ ਖੇਤਰ ਹੈ ਉਹਦੇ ਕੋਲ ਕੀ ਹੋ ਗਿਆ, ਉਹਦੇ ਕੋਲ ਪੈਸੇ ਆ ਗਏ। ਪੈਸੇ ਆ ਗਏ ਤਾਂ ਹੁਣ ਕੀ ਕਰੇਗਾ, ਹੁਣ ਇਹ ਉਤਪਾਦ
ਉਤਪਾਦਕ ਖੇਤਰ ਕੋਲੋਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਖਰੀਦੇਗਾ। ਤਾਂ ਹੁਣ ਉਤਪਾਦਕ ਖੇਤਰ ਨੇ ਕੀ ਕੀਤਾ, ਉਹ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਪਰਿਵਾਰ ਖੇਤਰ ਨੂੰ ਦਿੱਤੀਆਂ। ਪਰਿਵਾਰ ਖੇਤਰ ਨੇ ਉਹ ਵਸਤੂਆਂ ਤੇ ਸੇਵਾਵਾਂ ਖਰੀਦੀਆਂ, ਉਹਨਾਂ ਦਾ ਉਪਭੋਗ ਕੀਤਾ ਤਾਂ ਕੀ ਕੀਤਾ, ਉਹਦੇ ਬਦਲੇ ਉਪਭੋਗ ਖਰਚ ਜਿਹੜਾ ਹੈ ਉਹ ਕੀ ਕਰਤਾ, ਉਹ ਉਤਪਾਦਕ ਖੇਤਰ ਨੂੰ ਜਿਹੜਾ ਹੈ ਉਹ ਪ੍ਰਦਾਨ ਕਰਵਾਤਾ। ਠੀਕ ਹੈ, ਤਾਂ ਹੁਣ ਇਹਦੇ ਤੋਂ ਆਪਾਂ ਇੱਕ ਬੜਾ ਇੰਪੋਰਟੈਂਟ ਕਨਕਲੂਜਨ ਜਿਹੜਾ ਹੈ ਉਹ ਆਪਾਂ ਨਿਕਾਲ ਸਕਦੇ ਹਾਂ। ਉਹ ਕਨਕਲੂਜਨ ਕੀ ਹੈ ਕਿ ਸਪੋਜ਼ ਕਰੋ ਵੀ ਜਦੋਂ ਪਰਿਵਾਰ ਖੇਤਰ ਨੇ ਉਤਪਾਦਕ ਖੇਤਰ ਨੂੰ ਆਪਣੀਆਂ ਸਾਧਨ ਸੇਵਾਵਾਂ ਦਿੱਤੀਆਂ, ਠੀਕ ਹੋ ਗਿਆ, ਤਾਂ ਉਹਦੇ ਨਾਲ ਕੀ ਹੋਏਗਾ, ਜਿਹੜਾ ਉਤਪਾਦਕ ਖੇਤਰ ਹੈ ਉਹ ਚੀਜ਼ਾਂ ਦਾ ਉਤਪਾਦਨ ਕਰੇਗਾ। ਮੰਨ ਲਓ ਆਪਾਂ ਕਹਿੰਦੇ ਆ ਵੀ ਜਿਹੜੀਆਂ ਵੀ ਵਸਤੂਆਂ ਤੇ ਸੇਵਾਵਾਂ ਉਤਪਾਦਕ ਖੇਤਰ ਨੇ ਬਣਾਈਆਂ, ਉਹ ਬਣਾਈਆਂ 100 ਰੁਪਏ ਦੀਆਂ। ਯਾਨੀ ਹੁਣ ਆਪਾਂ ਤੇ ਕਨਕਲੂਜਨ ਕੀ ਨਿਕਾਲਾਂਗੇ, ਆਪਾਂ ਨਿਕਾਲਾਂਗੇ ਉਤਪਾਦਨ। ਤਾਂ ਉਤਪਾਦਨ ਕਿੰਨੇ ਦਾ ਹੋਇਆ, 100 ਰੁਪਏ ਦਾ। ਜੇ ਉਤਪਾਦਨ 100 ਰੁਪਏ ਦਾ ਹੋਇਆ ਹੈ ਤਾਂ ਉਹਦੇ ਬਦਲੇ ਉਤਪਾਦਕ ਖੇਤਰ ਕੀ ਕਰੇਗਾ, ਇਹਦਾ ਜਿਹੜਾ ਪਰਿਵਾਰ ਖੇਤਰ ਹੈ ਇਹਨੂੰ ਸਾਧਨ ਆਮਦਨ ਦੇਵੇਗਾ। ਹੁਣ ਕਿੰਨੀ ਦੇਗਾ, ਜੇ ਚੀਜ਼ਾਂ 100 ਰੁਪਏ ਦੀਆਂ ਬਣੀਆਂ ਨੇ ਤਾਂ ਪੈਸੇ ਵੀ 100 ਰੁਪਏ ਦਿੱਤੇ ਜਾਣਗੇ। ਹੁਣ ਇੱਥੇ ਕਨਫਿਊਜ਼ਨ, ਤੁਸੀਂ ਕਹੋਗੇ ਵੀ ਜੇ 100 ਰੁਪਏ ਦੀਆਂ ਚੀਜ਼ਾਂ ਬਣਾ ਕੇ 100 ਰੁਪਏ ਹੀ ਦੇ ਦੇਣੇ ਨੇ ਤਾਂ ਫਿਰ ਇਹਨੂੰ ਕੀ ਫਾਇਦਾ ਹੋਇਆ, ਬਿਲਕੁਲ ਹੋਇਆ। ਕਿਹੜਾ ਆ ਜਿਹੜਾ ਲਾਭ ਪਿਆ ਉਹ ਤਾਂ ਉਤਪਾਦਕ ਦਾ ਹੀ ਹੈ। ਜਦੋਂ ਉਹ ਲਾਭ ਕਮਾਏਗਾ ਤਾਂ ਉਹ ਲਾਭ ਨੂੰ ਖਰਚ ਕਰੇਗਾ ਤਾਂ ਉਦੋਂ ਕੀ ਹੋ ਜਾਏਗਾ, ਉਹ ਪਰਿਵਾਰ ਖੇਤਰ ਬਣ ਜਾਏਗਾ। ਕਿਉਂਕਿ ਆਪਾਂ ਪਹਿਲਾਂ ਕਿਹਾ ਸੀ ਕਿ ਉਤਪਾਦਕ ਪਰਿਵਾਰ ਐਵੇਂ ਕੁਝ ਨਹੀਂ ਹੁੰਦਾ, ਇਹ ਡਿਪੈਂਡ ਕਰਦਾ ਵੀ ਆਪਾਂ ਕੀ ਕੰਮ ਕਰਦੇ ਪਏ ਆ। ਜਦੋਂ ਤੋਂ ਮੁਕੇਸ਼ ਅੰਬਾਨੀ ਉਤਪਾਦਨ ਕਰ ਰਿਹਾ ਹੈ ਨਾ, ਉਦੋਂ ਤਾਂ ਉਤਪਾਦਕ ਹੈ, ਪਰ ਜਦੋਂ ਮੁਕੇਸ਼ ਅੰਬਾਨੀ ਕਿਸੇ ਚੀਜ਼ ਦੀ ਵਰਤੋਂ ਕਰਦਾ ਹੈ ਤਾਂ ਉਦੋਂ ਕਿਉਂ ਬਣ ਜਾਂਦਾ ਹੈ, ਉਦੋਂ ਪਰਿਵਾਰ ਬਣ ਜਾਂਦਾ ਹੈ। ਤਾਂ ਮੁਕੇਸ਼ ਅੰਬਾਨੀ ਨੇ ਕੀ ਕੀਤਾ, ਲਾਭ ਕਮਾਇਆ, ਲਾਭ ਕਮਾ ਕੇ ਕਿੱਥੇ ਖਰਚ ਕਰੂਗਾ, ਉਹ ਖਰਚ ਕਰੇਗਾ ਇੱਥੇ ਆ ਕੇ ਪਰਿਵਾਰ ਖੇਤਰ ਦੇ ਵਿੱਚ ਜਿਹੜਾ ਹੈ ਉਹ ਆ ਕੇ। ਗੱਲ ਕਲੀਅਰ ਹੋ ਗਈ। ਤਾਂ ਹੁਣ ਜਿਹੜਾ ਉਤਪਾਦਨ ਹੈ ਉਹ 100 ਰੁਪਏ ਦਾ ਹੋਏਗਾ ਤਾਂ ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ, ਉਤਪਾਦਨ ਦੇ ਸਾਧਨਾਂ ਨੂੰ 100 ਰੁਪਏ ਦੇ ਦੇਗਾ। ਕਿਵੇਂ, ਲਗਾਨ, ਵਿਆਜ, ਮਜ਼ਦੂਰੀ ਤੇ ਲਾਭ ਦੇ ਵਿੱਚ ਵੰਡ ਕੇ। ਜਿਵੇਂ ਉਹ ਕਹਿੰਦਾ ਹੀ ਕਰਦੇ ਆ 20 ਰੁਪਏ ਲਗਾਨ ਨੂੰ ਦੇ ਦਿੰਦੇ ਆ, 30 ਰੁਪਏ ਵਿਆਜ ਨੂੰ ਦੇ ਦਿੰਦੇ ਆ, ਠੀਕ ਹੈ, 40 ਰੁਪਏ ਜਿਹੜਾ ਹੈ ਉਹ ਮਜ਼ਦੂਰੀ ਦੇ ਦਿੰਦੇ ਆ। ਠੀਕ ਹੈ, ਤਾਂ 40 ਮਜ਼ਦੂਰ ਨੂੰ ਦੇਤੇ, 30 ਰੁਪਏ ਵਿਆਜ ਦੇਤੀ, 70, 20 ਰੁਪਏ ਲਗਾਨ ਦੇਤੇ, 90, ਤਾਂ 10 ਰੁਪਏ ਕੀ ਹੋ ਗਿਆ, ਮੇਰਾ ਲਾਭ ਹੋ ਗਿਆ। ਤਾਂ ਕੀ ਹੋਇਆ, ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਨੂੰ ਆਮਦਨ ਕਿੰਨੀ ਹੋਈ, 100 ਰੁਪਏ ਦੀ। ਹੁਣ ਇਹਦੇ ਕੋਲ ਆ ਗਏ 100 ਰੁਪਏ, ਤਾਂ ਪਰਿਵਾਰ ਖੇਤਰ ਕੋਲ ਮੌਜੂਦ ਨੇ 100 ਰੁਪਏ। ਹੁਣ ਉਤਪਾਦਕ ਖੇਤਰ ਜਿਹੜਾ ਹੈ ਉਹਦੇ ਕੋਲ ਕੀ ਹੈਗਾ, 100 ਰੁਪਏ ਦੀਆਂ ਵਸਤੂਆਂ ਨੇ, ਤੇ ਪਰਿਵਾਰ ਖੇਤਰ ਕੀ ਹੈ, ਉਹਦੇ ਕੋਲ 100 ਰੁਪਏ ਨੇ। ਤਾਂ ਹੁਣ ਪਰਿਵਾਰ ਖੇਤਰ ਕੀ ਕਹੇਗਾ, ਉਤਪਾਦਕ ਖੇਤਰ ਨੂੰ ਕਹੇਗਾ ਕਿ ਮੈਨੂੰ ਨਾ ਉਹ 100 ਰੁਪਏ ਦੀਆਂ ਵਸਤੂਆਂ ਜਿਹੜੀਆਂ ਨੇ ਉਹ ਤੂੰ ਦੇ ਦੇ। ਤਾਂ ਉਤਪਾਦਕ ਖੇਤਰ ਕੀ ਕਰੇਗਾ, ਉਹ 100 ਰੁਪਏ ਦੀਆਂ ਵਸਤੂਆਂ ਪਰਿਵਾਰ ਖੇਤਰ ਨੂੰ ਦੇ ਦੇਗਾ। ਅਗਰ ਪਰਿਵਾਰ ਖੇਤਰ 100 ਰੁਪਏ ਦੀਆਂ ਵਸਤੂਆਂ ਖਰੀਦੇਗਾ ਤਾਂ ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹਨੂੰ ਕਿੰਨੇ ਰੁਪਏ ਦੇਗਾ, 100 ਰੁਪਏ। ਯਾਨੀ ਜਿਹੜਾ ਖਰਚਾ ਹੋਏਗਾ ਉਹ ਵੀ ਕਿੰਨਾ ਹੋਏਗਾ, 100 ਰੁਪਏ। ਤਾਂ ਹਮੇਸ਼ਾ ਯਾਦ ਰੱਖਣਾ ਕਿ ਇੱਕ ਅਰਥ ਵਿਵਸਥਾ ਦੇ ਵਿੱਚ ਉਤਪਾਦਨ, ਆਮਦਨ ਤੇ ਖਰਚਾ ਹਮੇਸ਼ਾ ਬਰਾਬਰ ਹੁੰਦੇ ਨੇ। ਇਹ ਕਦੋਂ ਲੋੜ ਪਏਗੀ, ਜਦੋਂ ਆਪਾਂ ਰਾਸ਼ਟਰੀ ਆਮਦਨ ਕਰਾਂਗੇ ਉਦੋਂ ਆਪਾਂ ਰਾਸ਼ਟਰੀ ਆਮਦਨ ਨੂੰ ਮਾਪਣ ਦੀਆਂ 3 ਵਿਧੀਆਂ ਕਰਾਂਗੇ, ਆਮਦਨ ਵਿਧੀ, ਉਤਪਾਦਨ ਵਿਧੀ, ਖਰਚ ਵਿਧੀ। ਆਮਦਨ, ਉਤਪਾਦਨ ਤੇ ਖਰਚ, ਆਪਾਂ ਆਨਸਰ ਜਿਹੜੀ ਮਰਜ਼ੀ ਵਿਧੀ ਨਾਲ ਲਗਾ ਲਈਏ ਆਨਸਰ ਆਪਣਾ ਸੇਮ ਹੀ ਆਏਗਾ। ਠੀਕ ਹੋ ਗਿਆ। ਤਾਂ ਇਹ ਸੀ 2 ਖੇਤਰੀ ਅਰਥ ਵਿਵਸਥਾ ਜਿਹਦੇ ਵਿੱਚ ਆਪਾਂ ਕੀ ਕੀਤਾ, ਸਾਰੇ ਦੇ ਸਾਰੇ ਲੈਣ ਦੇਣ ਜਿਹੜੇ ਨੇ ਉਹ ਦਿਖਾਏ ਕਿੰਦੇ ਵਿੱਚ, ਪਰਿਵਾਰ ਖੇਤਰ ਤੇ ਉਤਪਾਦਕ ਖੇਤਰ ਦੇ ਨਾਲ। ਹੁਣ ਵੀ ਆਪਾਂ ਕੀ ਕਰਦੇ ਆ, ਇੱਕ ਐਗਜ਼ਾਮਪਲ ਹੋਰ ਲੈਣੇ ਹਾਂ, ਉਹ ਵੀ ਆਪਣੀ 2 ਖੇਤਰੀ ਅਰਥ ਵਿਵਸਥਾ ਹੀ ਹੈ, ਪਰ ਹੁਣ ਆਪਾਂ ਕੀ ਕਰਾਂਗੇ, ਉਹਦੇ ਵਿੱਚ ਆਪਾਂ ਇੱਕ ਹੋਰ ਖੇਤਰ ਐਡ ਕਰ ਦਿਆਂਗੇ, ਵਿੱਤੀ ਖੇਤਰ। ਵਿੱਤੀ ਖੇਤਰ ਮਤਲਬ ਬੈਂਕ। ਠੀਕ ਹੈ, ਬੈਂਕ ਕੀ ਹੋਣਗੇ, ਹੁਣ ਬੈਂਕ ਆ ਜਾਣਗੇ। ਹੁਣ ਆਪਾਂ ਸਿਰਫ ਜਿਹੜੀਆਂ ਪਿੱਛੇ ਮਾਨਤਾਵਾਂ ਲਈਆਂ ਸੀ ਉਹਦੇ ਸਿਰਫ ਇੱਕ ਮਾਨਤਾ ਨਹੀਂ ਲੈਣੀ ਵੀ ਜਿੰਨੇ ਪੈਸੇ ਉਹ ਕਮਾਉਂਦਾ ਉਹ ਸਾਰੇ ਦੇ ਸਾਰੇ ਜਿਹੜਾ ਹੈ ਖਰਚ ਕਰ ਦਿੰਦਾ। ਆਪਾਂ ਐਵੇਂ ਨਹੀਂ ਕਰਦੇ, ਆਪਾਂ ਜਿੰਨੇ ਪੈਸੇ ਕਮਾਉਂਦੇ ਆ ਥੋੜੇ ਬਹੁਤੇ ਪੈਸੇ ਆਪਾਂ ਬਚਾ ਵੀ ਲੈਣੇ ਆ। ਤਾਂ ਬਚਾ ਕੇ ਆਪਾਂ ਕਿੱਥੇ ਰੱਖਾਂਗੇ, ਵਿੱਤੀ ਖੇਤਰ ਦੇ ਵਿੱਚ। ਹੁਣ ਕੀ ਹੋਏਗਾ, ਹੁਣ ਆਪਾਂ ਇੱਥੇ ਇੱਕ ਬਣਾਵਾਂਗੇ। ਸਭ ਤੋਂ ਪਹਿਲਾਂ ਕਿਹੜਾ ਖੇਤਰ, ਪਰਿਵਾਰ ਖੇਤਰ। इधर आप बनावांगे कि अपना दूसरा खेतर जिहड़ा की है उत्पादक खेतर। ठीक है, तो सब तो पहला की होएगा वास्तविक प्रवाह। वास्तविक प्रवाह की होएगा परिवार खेतर अपनी साधन सेवावां जिहड़ियां ने इहनू देगा।
ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ, ਉਹ ਪਰਿਵਾਰ ਖੇਤਰ ਨੂੰ ਕੀ ਦੇ ਦੇਗਾ, ਸਾਧਨ ਆਮਦਨ ਦੇ ਦੇਗਾ। ਸਾਧਨ ਆਮਦਨ ਦੇਤੀ। ਹੁਣ ਨਾਲ ਦੇ ਨਾਲ ਕੀ ਹੋਏਗਾ, ਜਿਹੜਾ ਉਤਪਾਦਕ ਖੇਤਰ ਹੈ ਉਹ ਪਰਿਵਾਰ ਖੇਤਰ ਨੂੰ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਵੀ ਦੇ ਦੇਗਾ। ਉਹਦੇ ਬਦਲੇ ਜਿਹੜਾ ਪਰਿਵਾਰ ਖੇਤਰ ਹੈ ਉਹ ਕੀ ਕਰੇਗਾ, ਉਹ ਉਤਪਾਦਕ ਖੇਤਰ ਨੂੰ ਕੀ ਕਰੇਗਾ, ਉਪਭੋਗ ਖਰਚ ਕਰੇਗਾ। ਠੀਕ ਹੈ। ਪਰ ਹੁਣ ਇੱਥੇ ਕੀ ਹੋਏਗਾ, ਆਪਣਾ ਤੀਸਰਾ ਖੇਤਰ ਜਿਹੜਾ ਉਹ ਆ ਕੇ ਕੰਮ ਕਰੇਗਾ ਇੱਥੇ। ਉਹ ਕੀ ਹੋਏਗਾ, ਉਹ ਹੋਏਗਾ ਆਪਣਾ ਵਿੱਤੀ ਖੇਤਰ। ਵਿੱਤੀ ਖੇਤਰ ਚ ਕੀ ਆਏਗਾ, ਆਪਣੇ ਬੈਂਕ ਆ ਜਾਣਗੇ, ਬੀਮਾ ਕੰਪਨੀਆਂ ਆ ਜਾਣਗੀਆਂ, ਡਾਕਖਾਨੇ ਆ ਜਾਣਗੇ, ਉਹ ਆ ਜਾਣਗੇ। ਯਾਨੀ ਹੁਣ ਕੀ ਹੋਏਗਾ, ਜਿੰਨੇ ਪੈਸੇ ਉਤਪਾਦਕ ਖੇਤਰ ਜਿਹੜਾ ਹੈ ਉਹ ਪਰਿਵਾਰ ਖੇਤਰ ਨੂੰ ਦੇਵੇਗਾ। ਠੀਕ ਹੈ। ਮੰਨ ਲਓ ਇਹਨੇ 100 ਰੁਪਏ ਦਿੱਤੇ, ਇਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਨਹੀਂ ਖਰੀਦੇਗਾ, ਕੁਝ ਪੈਸੇ ਆਦੇ ਕੋਲ ਬਚਾ ਕੇ ਰੱਖ ਲੇਗਾ। ਉਹ ਪੈਸੇ ਬਚਾ ਕੇ ਉਹ ਕੀ ਕਰੇਗਾ, ਉਹ ਰੱਖ ਦੇਗਾ ਬੈਂਕਾਂ ਦੇ ਵਿੱਚ। ਤਾਂ ਉਹਨੇ ਕੀ ਕੀਤਾ, ਜੋ ਬਚਤ ਕੀਤੀ ਉਹਨੇ ਉਹ ਕੀ ਕੀਤਾ, ਵਿੱਤੀ ਖੇਤਰ ਚ ਰੱਖਤੀ। ਠੀਕ ਹੈ। ਵੀ ਸਾਰੇ ਪੈਸੇ ਜਿੰਨੇ ਮਿਲੇ ਸਾਰੇ ਉਪਭੋਗ ਖਰਚ ਨਹੀਂ ਕੀਤੇ। ਮੰਨ ਲਓ 100 ਰੁਪਏ ਮਿਲੇ ਤਾਂ 80 ਰੁਪਏ ਨੂੰ ਦੇ ਦਿੱਤੇ, 20 ਰੁਪਏ ਦੇ ਕੋਲ ਬਚਾ ਲਏ। ਬਚਾ ਕੇ ਕਿੱਥੇ ਰੱਖਤੇ, ਬੈਂਕਾਂ 'ਚ ਰੱਖਤੇ। ਯਾਨੀ ਬਚਤਾਂ ਵਿੱਤੀ ਖੇਤਰ 'ਚ ਗਈਆਂ। ਜਦੋਂ ਲੋੜ ਪਏਗੀ ਉਦੋਂ ਕੀ ਕਰ ਲੇਗਾ, ਉਦੋਂ ਉਧਾਰ ਲੈ ਲੇਗਾ। ਆਪਾਂ ਬੈਂਕਾਂ ਨਾਲ ਹੀ ਕੰਮ ਕਰਦੇ ਆ ਵੀ ਜਦੋਂ ਆਪਣੇ ਕੋਲ ਪੈਸੇ ਫालतू ਹੁੰਦੇ ਨੇ ਆਪਾਂ ਜਮ੍ਹਾਂ ਕਰਾ ਦਿੰਨੇ ਆ, ਜੋ ਲੋੜ ਹੁੰਦੀ ਆਪਾਂ ਬੈਂਕ ਤੋਂ ਪੈਸਾ ਲੈ ਲੈਂਦੇ ਆ। ਐਵੇਂ ਜਿਹੜਾ ਉਤਪਾਦਕ ਖੇਤਰ ਹੈ ਜਦੋਂ ਉਹ ਬਚਤ ਕਰੇਗਾ ਉਹ ਉਹਨੂੰ ਕਿੱਥੇ ਰੱਖ ਦੇਗਾ, ਬੈਂਕ ਦੇ ਵਿੱਚ। ਤਾਂ ਬਚਤ ਰੱਖਤੀ। ਜਦੋਂ ਲੋੜ ਪਏਗੀ ਤਾਂ ਉਦੋਂ ਕੀ ਹੋਏਗਾ, ਉਧਾਰ ਜਿਹੜੇ ਨੇ ਉਹ ਲੈ ਲੇਗਾ। ਬਸ ਹੁਣ ਕੀ ਹੋਏਗਾ, ਇਹ ਹੁਣ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੋਇਆ। ਕਿੰਨੇ ਖੇਤਰਾਂ ਦੇ ਵਿੱਚ, 2 ਖੇਤਰਾਂ ਦੇ ਵਿੱਚ। ਪਰ ਨਾਲ ਆਪਾਂ ਕਿਹੜਾ ਲੈ ਲਿਆ, ਵਿੱਤੀ ਖੇਤਰ ਜਿਹੜਾ ਹੈ ਉਹ ਲੈ ਲਿਆ। ਠੀਕ ਹੈ। ਵਿੱਤੀ ਖੇਤਰ ਯਾਦ ਰੱਖਣਾ, ਬੈਂਕ, ਬੀਮਾ ਕੰਪਨੀਆਂ, ਡਾਕਖਾਨੇ, ਉਹ ਇਹਦੇ ਵਿੱਚ ਜਿਹੜਾ ਹੈ ਉਹ ਆ ਜਾਂਦੇ ਨੇ। ਤਾਂ ਇਹ ਹੋ ਜਾਂਦਾ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ 2 ਖੇਤਰਾਂ ਦੇ ਵਿੱਚ। ਅਗਲੇ ਲੈਕਚਰ 'ਚ ਆਪਾਂ ਗੱਲ ਕਰਾਂਗੇ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੀ ਹੀ। ਪਰ ਖੇਤਰ ਕਿੰਨੇ ਹੋ ਜਾਣਗੇ, 3 ਹੋ ਜਾਣਗੇ, 4 ਹੋ ਜਾਣਗੇ। ਤਾਂ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਸਰਕਾਰ ਖੇਤਰ ਲੈ ਕੇ ਆਵਾਂਗੇ, ਉਸ ਤੋਂ ਆਪਾਂ ਇਹਦੇ ਵਿੱਚ ਹੋਰ ਸੰਸਾਰ ਖੇਤਰ ਲੈ ਕੇ ਆਵਾਂਗੇ। ਤਾਂ ਇਸ ਤਰ੍ਹਾਂ ਆਪਣਾ ਕੰਪਲੀਟ ਟੌਪਿਕ ਜਿਹੜਾ ਹੈ ਉਹ ਹੋ ਜਾਏਗਾ। ਤਾਂ ਉਮੀਦ ਹੈ ਤੁਹਾਨੂੰ ਜਿਹੜਾ ਲੈਕਚਰ ਹੈ ਉਹ ਸਮਝ ਆਇਆ ਹੋਵੇਗਾ। ਅਗਰ ਕੋਈ ਚੀਜ਼ ਨਾ ਕਲੀਅਰ ਹੋਵੇ ਤਾਂ ਜ਼ਰੂਰ ਪੁੱਛ ਲਿਆ ਜੇ, ਤੁਹਾਡੇ ਡਾਊਟ ਜਿਹੜੇ ਨੇ ਉਹ ਕਲੀਅਰ ਕਰਵਾ ਦਿਆਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ।